ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਜੀ ਬਿਘਨ ਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਆਦਿ ਬ੍ਰਿਧ ਗੁਰਦਾਸ ਗਨ ਚਾਹੁ ਦਿਸ ਮਹਿ ਗੁਰਦਾਸ। ਸਿਮਰਤ ਸ੍ਰੀ ਅਰਜਨ ਗੁਰੂ ਸਭ ਔਰ ਦਰਸ਼ਨ ਪਿਆਸ। ਆਦਿ ਬ੍ਰਿਧ ਗੁਰਦਾਸ ਗਨ ਚਾਹੁ ਦਿਸ ਮਹਿ ਗੁਰਦਾਸ। ਸਿਮਰਤ ਸ੍ਰੀ ਅਰਜਨ ਗੁਰੂ ਸਭ ਔਰ ਦਰਸ਼ਨ ਪਿਆਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਹਾਜ਼ਰਾ ਹਜੂਰ ਜਹਰਾ ਜਹੂਰ। ਦੀਨਾਂ ਦੇ ਬੰਧੂ ਭਗਤਾਂ ਦੇ ਵੱਛਲ ਬਾਣੀ ਕੇ ਬੋਹਿਥ ਸ਼ਬਦ ਅਵਤਾਰ ਨਿਹਚਲ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ
ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ, ਪਾਤਸ਼ਾਹ ਦੇ ਖੁੱਲ੍ਹੇ ਰੂਪ ਅੰਦਰ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਮਹਾਨ ਕਿਰਪਾ ਦਇਆ ਸਦਕਾ ਨਿਤਾ ਪ੍ਰਤੀ ਸਤ ਸੰਗਤ ਸਾਧ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣ ਰਹੇ ਹਾਂ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤਰੁੱਠ ਕਰਕੇ ਪਾਵਨ ਪਵਿੱਤਰ ਸਾਧ ਸੰਗਤ ਦਾ ਆਨੰਦ ਮਾਣਨ ਦਾ ਸੁਭਾਗ ਬਖਸ਼ ਰਹੇ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਜਗ ਦਾਤੇ ਬਾਣੀ ਕੇ ਬੋਹਿਥ, ਸ਼ਾਂਤੀ ਨਿਮਰਤਾ ਦੇ ਪੁੰਜ, ਸ਼ਹੀਦਾਂ ਦੇ ਸਿਰ ਤਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਜੀ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਉਜਲ ਇਤਿਹਾਸ ਦੀ ਅੰਮ੍ਰਿਤ ਰੂਪ ਗਾਥਾ ਆਪ ਲੰਬੇ ਸਮੇਂ ਤੋਂ ਸਰਵਣ ਕਰ ਰਹੇ ਹੋ। ਹਜ਼ੂਰ ਦੇ ਸ਼ਹੀਦੀ ਦੇ ਪ੍ਰਸੰਗ, ਸੱਚਖੰਡ ਨੂੰ ਪਿਆਨਾ ਕਰਨ ਦੇ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣੇ ਵਿਚਾਰੇ ਪੜ੍ਹੇ ਹੈ। ਚੰਦੂ ਨੇ ਸੱਚੇ ਪਾਤਸ਼ਾਹ ਮਹਾਰਾਜ ਉੱਪਰ ਤਸੀਹੇ ਤਸ਼ੱਦਦ ਕਰਨ ਦੀ ਹੱਦ ਕਰ ਦਿੱਤੀ। ਲਾਹੌਰ ਦੇ ਅੰਦਰ ਰਾਵੀ ਨਦੀ ਦੇ ਕੰਢੇ 'ਤੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਸੱਚਖੰਡ ਨੂੰ ਚਾਲਾ ਪਾਇਆ। ਬਾਬਾ ਬਿਧੀ ਚੰਦ, ਧੰਨ ਬਾਬਾ ਪੈੜਾ ਜੀ, ਪਿਰਾਣਾ ਜੀ, ਭਾਈ ਜੇਠਾ, ਭਾਈ ਲੰਘਾ ਜੀ, ਇਹ ਪੰਜੇ ਸਿੱਖ ਮਹਾਰਾਜ ਦੇ ਸਾਥ ਹੀ ਇੱਥੇ ਲਾਹੌਰ ਆਏ ਸਨ। ਗਰੀਬ ਨਵਾਜ ਦੇ ਸੱਚਖੰਡ ਗਵਣ ਤੋਂ ਬਾਅਦ ਹਜ਼ੂਰ ਦੀ ਅੰਤਿਮ ਕਿਰਿਆ ਇਹਨਾਂ ਸਿੱਖਾਂ ਨੇ ਕੀਤੀ। ਇਹ ਦਰਸਾਦ ਸਿੰਘ ਜੀ ਚੰਦੂ ਦੀ ਨੂੰਹ ਵੀ ਮਹਾਰਾਜ ਦੇ ਸੱਚਖੰਡ ਗਵਣ ਤੋਂ ਕੁਝ ਸਮਾਂ ਬਾਅਦ ਹੀ ਜਪਜੀ ਸਾਹਿਬ ਦਾ ਪਾਠ ਕਰਕੇ ਆਪਣੇ ਪ੍ਰਾਣ ਤਿਆਗ ਗਈ। ਚੰਦੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਡੀਕਦਾ ਵੀ ਕਦੋਂ ਇਸ਼ਨਾਨ ਕਰਕੇ ਵਾਪਸ ਆਉਣਗੇ, ਜਾਂ ਮੈਂ ਹੋਰ ਤਸੀਹੇ ਤਸ਼ੱਦਦ ਕਰਾਂਗਾ ਅਤੇ ਜਾਂ ਮੇਰੀ ਪੁੱਤਰੀ ਧੀ ਦਾ ਰਿਸ਼ਤਾ ਮੰਨ ਜਾਣਗੇ ਅੱਜ, ਨਹੀਂ ਤਾਂ ਮੈਂ ਖਤਮ ਕਰ ਦਿਆਂਗਾ, ਗਊ ਦੇ ਚੰਮ ਵਿੱਚ ਮੜਾਵਾਂਗਾ। ਇਹ ਵਿਚਾਰ ਕਰਦਾ ਚੰਦੂ ਉਡੀਕਦਾ, ਪਰ ਜਦੋਂ ਸਤਿਗੁਰੂ ਕੁਝ ਦੇਰ ਲੰਘੀ ਤੋਂ ਵੀ ਨਾ ਆਏ, ਸਮਾਂ ਬੀਤ ਹੋਏ ਤੋਂ ਕੁਝ ਕੁ ਸਿਪਾਹੀ ਨਾਲ ਲੈ ਕੇ ਚੰਦੂ ਰਾਵੀ ਦੇ ਕੰਢੇ 'ਤੇ ਪਹੁੰਚਿਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਾਂ ਸੱਚਖੰਡ ਪਿਆਨਾ ਕਰ ਚੁੱਕੇ ਹੈ। ਗਰੀਬ ਨਵਾਜ ਮਹਾਰਾਜ ਦੀ ਪਾਵਨ ਪਵਿੱਤਰ ਦੇਹੀ ਜੋ ਚਿੱਟੇ ਚਾਦਰੇ ਹੇਠ ਰਾਵੀ ਦੇ ਕੰਢੇ 'ਤੇ ਸ਼ੁਭਾਇਮਾਨ ਹੈ ਸੀ। ਪਾਪੀ ਦੇ ਮਨ ਵਿੱਚ ਵਿਚਾਰ ਆਇਆ ਵੀ ਸ਼ਾਇਦ ਹੁਣ ਨੀਂਦ ਪੂਰੀ ਕਰ ਰਹੇ ਹੈ। ਸਮਾਂ ਜਾ ਵੇਖ ਕੇ ਉੱਚੀ ਬੋਲ ਕੇ ਕਹਿੰਦਾ ਹੈ, ਮੇਰੇ ਰਾਤਾਂ ਦੀ ਨੀਂਦ ਉਡਾਉਣ ਵਾਲੇ ਇਹ ਮੇਰੇ ਵੈਰੀ ਦੁਸ਼ਮਣ ਅਰਜੁਨ ਦੇਵ, ਕਿਵੇਂ ਹੁਣ ਤੁਸੀਂ ਇੱਥੇ ਰਾਵੀ ਦੇ ਕੰਢੇ 'ਤੇ ਆਨੰਦ ਦੇ ਨਾਲ ਨੀਂਦਰੇ ਲੈ ਰਹੇ ਹੋ? ਤੋ ਮੈਂ ਇਹ ਕੁਝ ਨਹੀਂ ਹੋਣ ਦਿਆਂਗਾ। ਮੈਂ ਕਸਮ ਖਾਧੀ ਹੈ ਤੁਹਾਨੂੰ ਚੈਨ ਨਹੀਂ ਆਉਣ ਦੇਵਾਂਗਾ। ਬਾਬਾ ਬਿਧੀ ਚੰਦ ਜੀ ਬੜੇ ਰੋਹ ਨਾਲ ਬੋਲੇ, ਹੋ ਪਾਪੀ ਚੰਦੂ ਦੁਸ਼ਟਾ, ਹੁਣ ਤਾਂ ਖਹਿੜਾ ਛੱਡ ਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਤਾਂ ਸੱਚਖੰਡ ਪਿਆਨਾ ਕਰ ਚੁੱਕੇ ਹੈ। ਵੇਖ ਕੇ ਭੈ ਭੀਤ ਹੋਇਆ, ਬੜਾ ਹੈਰਾਨ ਹੋਇਆ। ਸੰਗਤ ਦੇ ਰੋਹ ਤੋਂ ਡਰਦਾ ਹੋਇਆ, ਕਿਉਂਕਿ ਸੰਗਤਾਂ ਰਾਵੀ ਦੇ ਕੰਢੇ 'ਤੇ ਪਹੁੰਚਣ ਲੱਗ ਪਈਆਂ ਸਨ। ਡਰਦਾ ਹੋਇਆ ਆਪਣੇ ਘਰ ਨੂੰ ਮੁੜਿਆ। ਜਾਂਦਿਆਂ ਨੂੰ ਘਰੇ ਬਹੁਤ ਰੌਲਾ ਰਾਮ ਰੌਲਾ ਪਿੱਟ ਸਿਆਪਾ ਹੁੰਦਾ ਵੇਖ ਕੇ ਫੇਰ ਹੋਰ ਡਰਿਆ ਹੈ। ਪਤਾ ਲੱਗਿਆ ਵੀ ਇਹਦੀ ਨੂੰਹ ਵੀ ਚੜ੍ਹਾਈ ਕਰ ਗਈ ਹੈ। ਮਨ ਬੜਾ ਦੁਖੀ ਹੋਇਆ, ਪੁੱਬਾਂ ਮਾਰ ਮਾਰ ਕੇ ਰੋਂਦਾ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੀ ਵੀ ਤੇਰਾ ਖਾਨਦਾਨ ਗਰਕ ਜਾਵੇਗਾ, ਤੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਮੱਥਾ ਲਾਇਆ ਹੈ। ਡਰਦਾ ਸੋਚਦਾ ਹੈ ਵੀ ਸ਼ਾਇਦ ਉਹ ਦਿਨ ਸ਼ੁਰੂ ਹੋ ਰਹੇ ਹਨ। ਇਹ ਦਰਸਾਦ ਸੰਗਤ ਜੀ, ਬੇਅੰਤ ਸਿੱਖ ਸੰਗਤਾਂ
ਸੱਚੇ ਪਾਤਸ਼ਾਹ ਦੇ ਅੰਤਮ ਦਰਸ਼ਨ ਕਰਨ ਵਾਸਤੇ ਸਭ ਕੰਮਕਾਰ ਛੱਡਦੇ ਸੰਕੋਚਦੇ ਹੋਏ ਸਿੱਖ ਮਾਈ ਭਾਈ ਬੱਚੇ ਬੁੱਢੇ ਪਹੁੰਚ ਰਹੇ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀਦਾਰ ਕਰਦੇ ਅੰਤਮ ਦਰਸ਼ਨ ਕੀਤੇ। ਫਿਰ ਜਿਵੇਂ ਕੋ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਅੰਤਮ ਕਿਰਿਆ ਹੋਈ ਦਾ ਸੰਸਕਾਰ ਗਰੀਬ ਨਵਾਜ ਮਹਾਰਾਜ ਦਾ, ਜਿੱਥੇ ਹੁਣ ਪਾਵਨ ਪਵਿੱਤਰ ਸਥਾਨ ਲਾਹੌਰ ਦੇ ਕਿਲ੍ਹੇ ਦੇ ਲਾਗੇ ਬਣਿਆ, ਰਾਵੀ ਨਦੀ ਦੇ ਕੰਢੇ, ਇੱਥੇ ਹਜ਼ੂਰ ਦਾ ਚੰਦਨ ਦੀ ਚਿਖਾ ਚਿਣ ਕਰਕੇ ਅੰਤਮ ਸੰਸਕਾਰ ਕੀਤਾ ਹੈ। ਬੇਅੰਤ ਸੰਗਤਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਪਰਉਪਕਾਰਾਂ ਨੂੰ ਯਾਦ ਕਰ ਕਰਕੇ ਨੇਤਰ ਨਮ ਕਰ ਰਹੀਆਂ ਹਨ। ਨਾਲ ਹੀ ਬਾਬਾ ਬਿਧੀ ਚੰਦ, ਭਾਈ ਪੈੜਾ, ਭਾਈ ਪੁਰਾਣਾ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਦੇ ਪ੍ਰੇਮ ਨੂੰ ਯਾਦ ਕਰ ਕਰਕੇ ਨੇਤਰਾਂ 'ਚੋਂ ਹੰਝੂ ਕੇਰਦੇ ਹੈ। ਫਿਰ ਇੱਥੋਂ ਇਹ ਪੰਜੇ ਸਿੱਖ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਨੂੰ ਚਾਲਾ ਪਾਉਂਦੇ ਹੈ। ਰਸਤੇ ਵਿੱਚ ਸੋਚਦੇ ਹੈ, ਗੱਲਾਂ ਕਰਦੇ ਹੈ ਵੀ ਆਪਾਂ ਸਤਿਗੁਰਾਂ ਦੇ ਉੱਪਰ ਜ਼ੁਲਮ ਹੁੰਦਾ ਦੇਖਿਆ, ਉਹ ਦੁੱਖ ਸਹਿਣਾ ਬੜਾ ਔਖਾ ਸੀ। ਅਤੇ ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਗੰਗਾ ਜੀ ਦੇ ਸਾਹਮਣੇ ਹੋਵਾਂਗੇ, ਖਬਰ ਦਿਆਂਗੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਾਂ ਸ਼ਹੀਦੀ ਪਾ ਗਏ ਹੈ, ਇਹ ਦੁੱਖ ਕਿੱਡਾ ਵੱਡਾ ਹੋਵੇਗਾ। ਤੋ ਇਸ ਤਰ੍ਹਾਂ ਬੜਾ ਮਨ ਵਿੱਚ ਦੁੱਖ ਜਿਹਾ ਕਰਦੇ ਹੋਏ, ਸ਼ੋਕ ਮਨਾਉਂਦੇ ਹੋਏ ਇਹ ਸਾਰੇ ਪੰਜੇ ਸਿੱਖ ਅੰਮ੍ਰਿਤਸਰ ਸਾਹਿਬ ਪਹੁੰਚੇ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚ ਕਰਕੇ ਜਿਵੇਂ ਫਿਰ ਇਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰ ਕਰਦੇ ਹੈ। ਬੇਅੰਤ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਬੈਠੀਆਂ, ਜਦੋਂ ਇਹ ਜਾ ਕਰਕੇ ਖਬਰ ਦਿੰਦੇ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਬੇਅੰਤ ਪਿਤਾ ਦੇ ਪ੍ਰੇਮ ਨੂੰ ਯਾਦ ਕਰਕੇ ਵੈਰਾਗ ਕਰਦੇ ਹੈ। ਜਿਵੇਂ ਐਸਾ ਕੁਝ ਪ੍ਰਸੰਗ ਸਾਧ ਸੰਗਤ ਜੀ ਅੱਜ ਕਥਾ ਵਿੱਚ ਆ ਰਿਹਾ ਹੈ। ਚਿੱਤ ਦੀ ਬਿਰਤੀ ਨੂੰ ਇਕਾਗਰ ਕਰਦਿਆਂ ਹੋਇਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਜਗ ਦਾਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪਰਉਪਕਾਰਾਂ ਨੂੰ, ਮਿਹਰਾਮਤਾਂ ਨੂੰ ਯਾਦ ਕਰੀਏ ਜੀ। ਸੁਰਤਾ ਬਿਰਤਾ ਕਾਗਰ ਕਰੀਏ, ਸ਼ਰਧਾ ਸਹਿਤ ਰਸਨਾ ਕਰੋ ਜੀ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਦਿ ਬ੍ਰਿਧ ਗੁਰਦਾਸ ਗਨ। ਤੋ ਸੱਚੇ ਪਾਤਸ਼ਾਹ ਜੀ ਜਦੋਂ ਸੱਚਖੰਡ ਪਿਆਨਾ ਕਰ ਗਏ ਹੈ ਤੇ ਪੰਜ ਸਿੱਖ ਅੰਮ੍ਰਿਤਸਰ ਸਾਹਿਬ ਨੂੰ ਆ ਰਹੇ ਹੈ। ਇੱਧਰੋਂ ਹੀ ਅੰਮ੍ਰਿਤਸਰ ਸਾਹਿਬ ਪੰਜੇ ਪਹੁੰਚ ਗਏ। ਉਧਰ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਸੁੰਦਰ ਦੀਵਾਨ ਸਜਿਆ ਹੋਇਆ ਹੈ, ਜਿਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਾਰ ਮਨ ਵਿੱਚ ਸੋਚਦੇ ਹੈ ਵੀ ਕਦੋਂ ਕੁ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਸ਼੍ਰੀ ਇੱਥੇ ਆਉਣਗੇ, ਕਦੋਂ ਅਸੀਂ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਾਂਗੇ, ਮਨ ਭਾਉਂਦਾ ਪ੍ਰੇਮ ਉਹਨਾਂ ਤੋਂ ਪ੍ਰਾਪਤ ਕਰਾਂਗੇ। ਇਸ ਤਰ੍ਹਾਂ ਵਿਚਾਰ ਕਰ ਰਹੇ ਹੈ। ਬਾਬਾ ਬੁੱਢਾ ਸਾਹਿਬ ਵਰਗੇ ਮਹਾਨ ਗੁਰਸਿੱਖ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਸਿੱਖ ਵੀ ਮਹਾਰਾਜ ਦੇ ਪਾਸ ਹਨ। ਚਾਹੋਂ ਦਿਸ਼ ਮਹਿ ਗੁਰਦਾਸ ਤੇ ਚਾਰ ਚਫੇਰੇ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦਾਸ ਸੇਵਕ ਸੰਗਤਾਂ ਦਾ ਬੇਅੰਤ ਦੀਵਾਨ ਸਜਿਆ ਹੈ। ਸਿਮਰਤ ਸ੍ਰੀ ਅਰਜਨ ਗੁਰੂ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਸਮੇਤ ਸਾਰੀ ਸਿੱਖ ਸੰਗਤ ਸਾਰੇ ਦੇ ਸਾਰੇ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਯਾਦ ਕਰ ਰਹੇ ਹਨ। ਸਭ ਔਰ ਦਰਸ਼ਨ ਪਿਆਸ। ਕਿਉਂਕਿ ਕਵੀ ਜੀ ਕਹਿੰਦੇ ਸਾਰਿਆਂ ਸਿੱਖਾਂ ਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਸਭ ਦੇ ਮਨਾਂ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਦੀ ਬੇਅੰਤ ਪਿਆਸਾ ਹੈ। ਲਵਪੁਰ ਤੇ ਗਮਨਿਓ ਕਿਤ ਸਾਹੂ। ਇੱਧਰ ਚੌਪਈ ਅੰਦਰ ਕਵੀ ਜੀ ਫਿਰ ਅੱਗੇ ਉਚਾਰਦੇ ਹੈ। ਇੱਧਰ ਲਾਹੌਰ ਤੋਂ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਦੀਵਾਨ ਵਿੱਚ ਇਸ ਤਰ੍ਹਾਂ ਬੈਠੇ ਹੋਏ ਆ, ਸਜੇ ਹੋਏ ਆ, ਸੰਗਤਾਂ ਪਾਸ ਹੈ। ਸਾਰੇ ਸਿੱਖ ਵਿਚਾਰ ਕਰਦੇ ਹੈ ਵੀ
ਬਾਦਸ਼ਾਹ ਜਹਾਂਗੀਰ ਤਾਂ ਹੁਣ ਲਾਹੌਰ ਤੋਂ ਵੀ ਅੱਗੇ ਚਲਾ ਗਿਆ ਹੋਣਾ ਕਿੰਨੇ ਦਿਨਾਂ ਦਾ। ਸੁਧ ਪਹੁੰਚੀ ਕਬ ਕੀ ਹਮ ਪਾਹੂ। ਵੀ ਸਾਡੇ ਪਾਸ ਕਦੋਂ ਦੀ ਖਬਰ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ, ਕਿਉਂਕਿ ਉਧਰੋਂ ਇਹ ਸਿੱਖ ਸਾਧ ਸੰਗਤ ਜੀ ਪੰਜੇ ਮਹਾਰਾਜ ਦੇ ਪਾਸ ਆ ਪਹੁੰਚੇ ਹੈ। ਸੱਚੇ ਪਾਤਸ਼ਾਹ ਮਹਾਰਾਜ ਪੁੱਛਦੇ ਹੈ ਇਹਨਾਂ ਦੇ ਤਾਈਂ ਪੰਜਾਂ ਸਿੱਖ ਜਿਹੜੇ ਆਏ ਹੋਏ ਹੈ, ਮਹਾਰਾਜ ਦੇ ਨਾਲ ਦਰਸ਼ਨ ਕੀਤੇ ਤੇ ਗਰੀਬ ਨਵਾਜ ਮਹਾਰਾਜ ਦੇ ਹੱਥ ਜੋੜ ਕੇ ਖੜੇ ਹੋਏ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਬਾਬਾ ਬਿਧੀ ਚੰਦ ਜੀ, ਅਕਬਰ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਤਾਂ ਸੁਣਿਆ ਅਸੀਂ, ਸਾਡੇ ਕੋਲ ਖਬਰ ਆ ਗਈ ਹੈ ਵੀ ਉਹ ਤਾਂ ਕਦੋਂ ਦਾ ਲਾਹੌਰੋਂ ਅੱਗੇ ਨਿਕਲ ਗਿਆ, ਚਲਾ ਗਿਆ ਇੱਥੋਂ, ਕਿਉਂਕਿ ਸਾਡੇ ਪਿਤਾ ਜੀ ਗੁਰੂ ਅਰਜਨ ਦੇਵ ਸਾਹਿਬ ਜਹਾਂਗੀਰ ਨੂੰ ਹੀ ਮਿਲਣ ਗਏ ਸਨ। ਉਹਨੇ ਹੀ ਸੱਦਿਆ ਸੀ ਕਚਹਿਰੀ ਅੰਦਰ, ਤੇ ਹੁਣ ਤਾਂ ਬਾਦਸ਼ਾਹ ਜਹਾਂਗੀਰ ਵੀ ਕਹਿੰਦੇ ਉੱਥੋਂ ਉੱਠ ਕੇ ਕਿਸੇ ਪਾਸੇ ਚਲਾ ਗਿਆ ਕਦੋਂ ਦਾ। ਅਬ ਕਿਸ ਕਾਰਨ ਇਤਨਾ ਆਏ। ਹੁਣ ਦੱਸੋ ਵੀ ਤੁਹਾਡੇ ਨਾਲ ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਕਿਉਂ ਨਹੀਂ ਆਏ ਹਨ। ਕੋ ਕਾਰਜ ਨਹਿ ਅਪਰ ਬਤਾਏ। ਵੀ ਹੋਰ ਤਾਂ ਸਾਡੇ ਪਿਤਾ ਨੇ ਕੋਈ ਕੰਮ ਦੱਸਿਆ ਹੀ ਨਹੀਂ, ਸਾਨੂੰ ਇਹ ਹੀ ਦੱਸ ਕੇ ਗਏ ਸੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਅਸੀਂ ਬਾਦਸ਼ਾਹ ਜਹਾਂਗੀਰ ਦੇ ਪਾਸ ਕੋਈ ਕਾਰਜ ਹੈ ਜ਼ਰੂਰੀ। ਵੀ ਚੰਦੂ ਵਰਗਿਆਂ ਨੇ ਬੜੀਆਂ ਝੂਠੀਆਂ ਤੋਹਮਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ 'ਤੇ ਲਾਈਆਂ, ਉਹਦੇ ਨਿਪਟਾਰੇ ਵਾਸਤੇ ਅਸੀਂ ਜਹਾਂਗੀਰ ਦੇ ਉੱਥੇ ਸਜੀ ਕਚਹਿਰੀ ਵਿੱਚ ਜਾਵਾਂਗੇ। ਅਤੇ ਹੁਣ ਤਾਂ ਜਹਾਂਗੀਰ ਵੀ ਕਚਹਿਰੀ ਮੁਲਤਵੀ ਕਰਕੇ ਉੱਠ ਚੁੱਕਾ ਹੈ। ਹੁਣ ਤਾਂ ਬਾਬਾ ਪੁਰਾਣਾ ਜੀ ਕੋਈ ਨਹੀਂ ਨਾ ਗੁਰੂ ਅਰਜਨ ਦੇਵ ਮਹਾਰਾਜ ਦਾ ਕੰਮ ਬਣਦਾ ਉੱਥੇ। ਹੁਣ ਵੀ ਸੱਚੇ ਪਾਤਸ਼ਾਹ ਕਿਉਂ ਨਹੀਂ ਆਏ, ਤੁਸੀਂ ਇਕੱਲੇ ਆਏ ਹੋ। ਆਜ ਕਾਲ ਆਵਹਿ ਚਿਤਵੰਤੇ। ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਕੱਲ੍ਹ ਆ ਜਾਣਗੇ, ਅਸੀਂ ਕਦੋਂ ਦੇ ਮਨ ਵਿੱਚ ਚਿਤਵਤ ਰਹੇ ਹਾਂ, ਯਾਦ ਕਰ ਰਹੇ ਹਾਂ। ਬੈਠੇ ਹਰ ਗੋਬਿੰਦ ਦੁਤਵੰਤੇ। ਤੇ ਸਾਰੇ ਸਿੱਖ ਵੀ ਬੈਠੇ ਹੋਏ ਆ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਸਜੇ ਹੋਏ ਹਨ। ਇਤਨੇ ਮਹਿ ਪੰਚਹੁ ਚਲ ਆਏ। ਇੰਨੇ ਨੂੰ ਇਹ ਪੰਜੇ ਸਿੱਖ ਮਹਾਰਾਜ ਦੇ ਪਾਸ ਚੱਲ ਕੇ ਆ ਗਏ ਹਨ। ਬਦਨ ਬਿਬਰਨ ਦੁਖਿਤ ਜਰਦਾਏ। ਹੁਣ ਇਹਨਾਂ ਨੇ ਸ਼ਹੀਦੀ ਤੇ ਤਸੀਹੇ ਵੇਖੇ ਆ ਮਹਾਰਾਜ ਦੇ ਸਾਹਮਣੇ ਅੱਖਾਂ ਦੇ। ਇਹਨਾਂ ਪੰਜਾਂ ਸਿੱਖਾਂ ਦੇ ਨੇਤਰ ਵੀ ਨਮ ਹਨ ਤੇ ਰੰਗ ਐਨ ਪੀਲੇ ਪਏ ਹੋਏ ਆ, ਮੂੰਹ ਲਮਕੇ ਹੋਏ ਆ ਤੇ ਬਹੁਤ ਦੁਖੀ ਹਨ ਇਹ ਪੰਜੇ ਸਿੱਖ। ਦੀਨ ਮਨ ਹੋਏ ਬੰਧਨ ਕਰੀ। ਮਨ ਕਰਕੇ ਨਿਮਾਣੇ ਜੇ ਹੋ ਕੇ, ਦੁਖੀ ਜੇ ਹੋ ਕੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਪੰਜਾਂ ਸਿੱਖਾਂ ਨੇ। ਗਿਰਾ ਨ ਮੁਖ ਤੇ ਜਾਤ ਉਚਰੀ। ਪਰ ਬੋਲੇ ਕੁਝ ਨਹੀਂ, ਮੂੰਹ ਇਹਨਾਂ ਤੋਂ ਕਿਸੇ ਤੋਂ ਵੀ ਮੁਖੋਂ ਬਚਨ ਨਹੀਂ ਨਿਕਲ ਰਿਹਾ, ਗਲ ਭਰੇ ਹੋਏ ਹਨ। ਕਰ ਤੂਰਨਤਾ ਹਰ ਗੋਬਿੰਦ। ਇਹਨਾਂ ਨੂੰ ਐ ਮਸੋਸਿਆਂ ਹੋਇਆਂ ਨੂੰ ਵੇਖ ਕੇ ਬੜੀ ਛੇਤੀ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਐ। ਬੂਝਤ ਕਿਸ ਥਲ ਗੁਰੂ ਬਿਲੰਦ। ਪੁੱਛਦੇ ਐ ਬਾਬਾ ਬਿਧੀ ਚੰਦ ਜੀ, ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿੱਥੇ ਹਨ। ਕਿਮ ਪੰਚਹ ਤੁਮ ਤਜ ਕਰ ਆਏ। ਦੱਸੋ ਤੁਸੀਂ ਪੰਜੇ ਸਾਡੇ ਪਿਤਾ ਸ਼੍ਰੀ ਨੂੰ ਕਿੱਥੇ ਛੱਡ ਆਏ ਹੋ। ਤੁਹਾਨੂੰ ਨਾਲ ਲੈ ਕੇ ਗਏ ਸੀ ਤੇ ਹੁਣ ਵੀ ਉਹਨਾਂ ਦੇ ਨਾਲ ਰਹਿੰਦੇ, ਤੁਸੀਂ ਉਹਨਾਂ ਨੂੰ ਕੱਲਿਆਂ ਨੂੰ ਕਿੱਥੇ ਛੱਡ ਆਏ ਹੋ। ਬਰਨ ਜਰਦ ਮੁਖ ਕੋ ਦਰਸਾਏ। ਤੁਸੀਂ ਕਿਉਂ ਪੀਲੇ ਪਏ ਹੋਏ ਚਿਹਰੇ ਮੁਰਝਾਏ ਹੋਏ ਸਾਨੂੰ ਆ ਕੇ ਵਿਖਾ ਰਹੇ ਹੋ। ਕਿਵੇਂ ਤੁਸੀਂ ਚਿਹਰੇ ਲਮਕਾਏ ਹੋਏ ਲਟਕਾਏ ਹੋਏ ਹਨ। ਕਹਿ ਆਵਤ ਗੁਰ ਵਹਿਰ ਸਥਾਨਾ। ਕਿ ਗੁਰੂ ਸਾਹਿਬ ਪਿੱਛੇ ਆਉਂਦੇ ਪਏ ਆ, ਤੁਸੀਂ ਅੱਗੇ ਆ ਗਏ ਹੋ। ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਿੱਛੇ ਆ ਰਹੇ ਹਨ। ਤੇਰੇ ਪ੍ਰਖਾਰਣ ਪਦ ਅਰਪਾਨਾ। ਕਿ ਕਿਸੇ ਸਿੱਖ ਨੇ ਰੋਕ ਲਿਆ ਹੈ ਇੱਥੇ ਬਾਹਰ ਸ਼ਹਿਰ ਦੇ ਦਰਵਾਜ਼ਿਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਜੀ ਦੇ ਚਰਨ ਧੋ ਰਹੀ ਹੈ ਸੰਗਤ, ਕਿ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ ਸੰਗਤ, ਤੁਹਾਡੇ ਨਾਲ ਕਿਉਂ ਨਹੀਂ ਆਏ ਹਨ। ਤਉ ਏਕ ਦੋਇ ਆਵਤ ਆਗੇ। ਪਰ ਜੇ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਜੀ ਦੇ ਚਰਨ ਧੋ ਰਹੀ ਸੰਗਤ ਅੰਮ੍ਰਿਤਸਰ ਦੀ ਆਇਆਂ ਨੂੰ ਜੀ ਆਇਆਂ ਆਖ ਰਹੀ ਹੈ, ਦਰਸ਼ਨ ਕਰ ਰਹੀ ਹੈ, ਫਿਰ ਵੀ ਤੁਹਾਨੂੰ ਪੰਜਾਂ ਨੂੰ ਨਹੀਂ ਆਉਣਾ ਚਾਹੀਦਾ ਸੀ। ਤੁਹਾਡੇ ਚੋਂ ਇੱਕ ਸਿੱਖ ਅੱਗੇ ਆ ਜਾਂਦਾ ਸਾਨੂੰ ਖਬਰ ਕਰਨ ਵਾਸਤੇ। ਕਿਮ ਪੰਚਹਾਂ ਗਮਨੇ ਗੁਰ ਤਿਆਗੇ। ਗੁਰੂ ਸਾਡੇ ਪਿਤਾ ਜੀ ਨੂੰ ਛੱਡ ਕੇ ਤੁਸੀਂ ਦੱਸੋ ਪੰਜੇ ਜਾਣੇ ਕਿਵੇਂ ਆ ਗਏ ਹੋ। ਵੀ ਗੁਰੂ ਅਰਜਨ ਦੇਵ ਮਹਾਰਾਜ ਪਿੱਛੇ ਆ ਰਹੇ ਹੈ ਤੇ ਤੁਸੀਂ ਕਿਵੇਂ ਅੱਗੇ ਆ ਰਹੇ ਹੋ। ਬਦਨ ਪ੍ਰਫੁੱਲਿਤ ਨਹਨ ਤੁਮਾਰਾ। ਬਾਕੀ ਤੁਹਾਡੇ ਚਿਹਰੇ ਤੇ ਰੌਣਕ ਹੀ ਕੋਈ ਨਹੀਂ। ਕੀ ਹੋਇਆ,
ਤੁਹਾਡੇ ਚਿਹਰੇ ਕਿਹੜੀ ਗੱਲੋਂ ਲਟਕਾਏ ਮੁਰਝਾਏ ਹੋਏ ਹਨ? ਕਿਉ ਕਾਰਨ ਨਹਿ ਕਰਤ ਉਚਾਰਾ। ਬੋਲਦੇ ਕਿਉਂ ਨਹੀਂ ਕੁਝ ਤੁਸੀਂ? ਕਿਹੜੀ ਗੱਲ ਹੈ ਇਹੋ ਜੀ ਜਿਹੜੀ ਦੱਸਣ ਤੋਂ ਚੁੱਪੀ ਧਾਰੀ ਹੋਈ ਹੈ? ਕਹਿਤ ਸਕਲ ਪੰਚਹ ਮੁਖ ਦੇਖੈ। ਤੋ ਜਦੋਂ ਇਹ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਰ-ਵਾਰ ਪੁੱਛਦੇ ਆ, ਹੁਣ ਇਹ ਦੱਸਣ ਕੀ ਹੌਸਲਾ ਨਹੀਂ ਪੈਂਦਾ ਦੱਸਣ ਦਾ। ਮਹਾਰਾਜ ਪੁੱਛ ਰਹੇ ਆ ਤੇ ਇਹਨਾਂ ਪੰਜਾਂ ਸਿੱਖਾਂ ਨੇ ਨੀਵੀਆਂ ਪਾਈਆਂ ਹੋਈਆਂ, ਰੰਗ ਐਨ ਪੀਲੇ ਪਏ ਹੋਏ ਆ, ਕੁਝ ਨਹੀਂ ਬੋਲੇ। ਤੇ ਸੰਗਤ ਜਿਹੜੀ ਬੈਠੀ ਹੋਈ ਆ ਮਹਾਰਾਜ ਦੀ ਹਜ਼ੂਰੀ ਵਿੱਚ, ਉਹ ਸਾਰੇ ਇਹਨਾਂ ਦਾ ਚਿਹਰਾ ਪੀਲਾ ਪਿਆ ਹੋਇਆ, ਮੁਰਝਾਏ ਹੋਏ, ਨੇਤਰਾਂ 'ਚ ਪਾਣੀ ਟਪਕਦਾ ਝਲਕਦਾ ਵੇਖ ਕੇ ਕਿਆਸ ਲਾਉਂਦੇ ਆ, ਅੰਦਾਜ਼ਾ ਲਾਉਂਦੇ ਹਨ। ਨਾਹਿਨ ਕੁਸ਼ਲੀ ਵੀ ਕਿਸੇ ਤਰ੍ਹਾਂ ਦੇ ਨਾਲ ਵੀ ਸੁੱਖ ਸਾਂਦ ਨਹੀਂ ਲੱਗਦੀ। ਜਦੋਂ ਇਹ ਸਿੱਖਾਂ ਨੇ ਵੇਖਿਆ ਨਾ ਇਹਨਾਂ ਦੇ ਚਿਹਰੇ ਮੁਰਝਾਏ ਹੋਏ ਆ, ਗੁਰੂ ਹਰਗੋਬਿੰਦ ਸਾਹਿਬ ਵਾਰ-ਵਾਰ ਪੁੱਛਦੇ ਆ, ਕੁਝ ਬੋਲਦੇ ਹੀ ਨਹੀਂ। ਤੇ ਸੰਗਤ ਅੰਦਾਜ਼ਾ ਲਾ ਲਿਆ ਵੀ ਕੋਈ ਸੁੱਖ ਸਾਂਦ ਨਹੀਂ ਲੱਗਦੀ, ਕੋਈ ਚੰਗੀ ਖਬਰ ਨਹੀਂ ਲੱਗਦੀ ਹੈ। ਪੁਨ ਸ਼੍ਰੀ ਹਰਗੋਬਿੰਦ ਬਖਾਨੀ। ਫੇਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੋਲਿਆ ਹੈ, ਮਾਉਣ ਨੰਮਰ ਸਿਰ ਕਰ ਕਿਉ ਠਾਨੀ। ਤੁਸੀਂ ਸਿਰ ਕਿਉਂ ਸੁੱਟੇ ਹੋਏ ਐ? ਕਿਉਂ ਬੁੱਲਾਂ ਤੇ ਚੁੱਪੀ ਧਾਰੀ ਹੋਈ ਐ? ਕੁਝ ਬੋਲਦੇ ਕਿਉਂ ਨਹੀਂ ਹੋ? ਦਲਕਤ ਰਿਦਾ ਦੇਖ ਤੁਮ ਹਾਲ। ਤੁਹਾਡਾ ਹਾਲ ਵੇਖ ਵੇਖ ਕੇ ਹਰਗੋਬਿੰਦ ਸਾਹਿਬ ਕਹਿੰਦੇ ਸਾਡੀ ਛਾਤੀ ਧੜਕਦੀ ਐ, ਛੇਤੀ ਬੋਲੋ। ਤੁਸੀਂ ਬੋਲਦੇ ਕਿਉਂ ਨਹੀਂ ਹੋ? ਕਿਉ ਨਹਿ ਬੋਲਤ ਬਾਕ ਉਤਾਲ। ਅਸੀਂ ਕਿੰਨੀ ਵਾਰੀ ਕਹਿ ਦਿੱਤਾ, ਤੁਸੀਂ ਛੇਤੀ ਨਾਲ ਸਾਡੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ? ਕਿਉਂ ਤੁਸਾਂ ਨੇ ਚੁੱਪੀ ਧਾਰੀ ਐ, ਨੀਵੀਆਂ ਪਾਈਆਂ ਹੋਈਆਂ ਹਨ? ਗੁਰਬਾਣੀ ਕੋ ਸੁਣਤ ਪਿਰਾਣਾ। ਉਹ ਇਸ ਤਰ੍ਹਾਂ ਜਦੋਂ ਇੱਕੋ ਵਾਰੀ ਗੱਜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਤੇ ਭਾਈ ਪੁਰਾਣਾ ਜੀ ਮਹਾਰਾਜ ਦੇ ਬਚਨ ਸੁਣ ਕਰ ਚਾਹਸ ਚਿੱਤ ਮੈਂ ਕਰਿਵ ਬਖਾਣਾ। ਇੱਕ ਕਦਮ ਗਾਂਹ ਹੋਏ, ਇੱਛਾ ਕੀਤੀ ਵੀ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਾਰੀ ਗੱਲ ਦੱਸ ਦੇਵਾਂ। ਸੁਸਕ ਕੰਠ ਅਰ ਅਤਾਰ ਕਪੋਲਾ। ਜਦੋਂ ਭਾਈ ਪੁਰਾਣਾ ਜੀ ਬੋਲਣ ਲੱਗੇ, ਬੁੱਲ ਸੁੱਕ ਗਏ, ਗਲਾ ਸੁੱਕ ਗਿਆ ਹੈ, ਨੇਤਰਾਂ ਦੇ ਵਿੱਚ ਜਲ ਭਰ ਆਇਆ ਹੈ। ਕਹੈ ਕਿ ਮੋਹ ਨਹਿ ਨਿਕਸਤ ਬੋਲਾ। ਜਦੋਂ ਕਹਿਣ ਲੱਗੇ, ਹੁਣ ਸੁਣਾਉਣ ਪ੍ਰਸੰਗ ਲੱਗੇ ਐ ਪਰ ਬੋਲ ਨਹੀਂ ਨਿਕਲੇ ਮੂੰਹੋਂ, ਫਿਰ ਚੁੱਪ ਕਰ ਗਏ। ਫਿਰ ਕਹਿਣ ਲੱਗੇ, ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮਨ ਕਰਦਾ ਮੈਂ ਦੱਸਾਂ ਸਾਰੀ ਗੱਲਬਾਤ ਤੁਹਾਨੂੰ, ਪਰ ਪਾਤਸ਼ਾਹ ਜੀ ਮੇਥੋਂ ਬੋਲ ਨਹੀਂ ਹੁੰਦਾ, ਮੇਰੇ ਮੂੰਹ ਦੇ ਵਿੱਚੋਂ ਮਹਾਰਾਜ ਹੁਣ ਬੋਲ ਨਿਕਲਣੇ ਬਸ ਹੋ ਗਈ ਹੈ ਪਾਤਸ਼ਾਹ ਜੀ, ਮੇਥੋਂ ਉਹ ਸਾਰਾ ਹਾਲ ਬਿਆਨ ਕਰਨਾ ਔਖਾ ਹੈ। ਰੁਦਤ ਬਾਰ ਇੱਕ ਨਿਕਸ ਪੁਕਾਰੀ। ਤੇ ਇਉਂ ਕਹਿ ਕੇ ਨਾ ਭਾਈ ਪੁਰਾਣਾ ਜੀਆਂ ਹੂਕ ਜੀ ਮਾਰੀ ਹੈ। ਇੱਕੋ ਦਮ ਵਿਰਾਗ ਦੇ ਨਾਲ ਮਹਾਰਾਜ ਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪ੍ਰੇਮ ਦੇ ਵਿੱਚ ਇੱਕੋ ਵਾਰੀ ਜਿਹੜਾ ਵਾ ਲੰਮਾ ਹੌਕਾ ਲੈਣਾ ਕੀਤਾ ਹੈ। ਨਿਖੁੱਟੇ ਅਸਰ ਨਾ ਬਹਿ ਦ੍ਰਿਗ ਬਾਰੀ। ਪਰ ਅੱਖਾਂ 'ਚੋਂ ਪਾਣੀ ਕੋਈ ਨਹੀਂ ਨਿਕਲਿਆ। ਕਵੀ ਜੀ ਕਹਿੰਦੇ ਲਾਹੌਰੋਂ ਤੁਰੇ ਤੇ ਰੋ ਰੋ ਕੇ ਇਹਨਾਂ ਦੇ ਅੱਖਾਂ 'ਚੋਂ ਪਾਣੀ ਪਹਿਲਾਂ ਹੀ ਸੁੱਕਾ ਹੋਇਆ, ਨੇਤਰਾਂ 'ਚੋਂ ਜਲ ਮੁੱਕ ਚੁੱਕਾ ਹੈ ਤੇ ਕੇਵਲ ਠੰਡਾ ਹੌਕਾ ਭਾਈ ਪੁਰਾਣਾ ਜੀਆਂ ਉੱਚਾ ਹੌਕਾ ਲਿਆ ਹੈ ਵੀ ਮਹਾਰਾਜ ਮੇਥੋਂ ਕੁਝ ਦੱਸਿਆ ਨਹੀਂ ਜੇ ਜਾਂਦਾ, ਤੁਸੀਂ ਪੁੱਛਦੇ ਹੋ ਤੁਹਾਡਾ ਹੁਕਮ ਹੈ, ਸਿਰ ਮੱਥੇ ਪਰ ਦੱਸਾਂ ਕਿ ਮਹਾਰਾਜ ਮੇਥੋਂ ਬੋਲ ਨਹੀਂ ਆਉਂਦੇ। ਇਉਂ ਕਹਿ ਕੇ ਭਾਈ ਪੁਰਾਣਾ ਜੀਆਂ ਠੰਡਾ ਹੌਕਾ ਲਿਆ ਤੇ ਨੇਤਰਾਂ ਦੇ ਵਿੱਚੋਂ ਪਾਣੀ ਮੁੱਕਾ ਹੋਇਆ ਹੈ, ਪਰ ਫਿਰ ਵੀ ਵਿਰਾਗ ਸਹਿਤ ਹੋ ਰਹੇ ਹਨ। ਦਾਸਣ ਜੁਤ ਸ੍ਰੀ ਹਰਗੋਬਿੰਦ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਸਾਰੇ ਸਿੱਖ ਸੰਗਤਾਂ ਦੇ ਵਿੱਚ ਬੈਠੇ ਹੋਏ ਆ। ਬਦਨ ਬਨਜ ਬਨ ਬਿਕਸ ਬਿਲੰਦ। ਜਿਨ੍ਹਾਂ ਦੇ ਚਿਹਰੇ ਕਮਲ ਦੇ ਬਗੀਚੀ ਵਾਂਗੂ ਸਮੇਤ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਤਮਾਮ ਸੰਗਤ ਦੇ ਚਿਹਰੇ ਜਿਹੜੇ ਆ
ਕਵੀ ਜੀ ਕਹਿੰਦੇ ਕਮਲਾਂ ਦੇ ਬਗੀਚੀ ਵਾਂਗੂ ਖਿੜੇ ਹੋਏ ਸਨ। ਹਿਮ ਸੀ ਗਿਰਾ ਲੱਗੀ ਮੁਰਝਾਏ। ਤੇ ਜਦੋਂ ਭਾਈ ਪ੍ਰਾਣਾ ਦੀ ਬਰਫ਼ ਵਰਗੀ ਬੋਲੀ ਵੱਜੀ ਨਾ, ਤੇ ਜਿਵੇਂ ਕਮਲ ਬਰਫ਼ ਨੂੰ ਪੈਣ ਤੇ ਮੁਰਝਾ ਜਾਂਦੇ ਐ, ਗੁਰੂ ਹਰਗੋਬਿੰਦ ਸਾਹਿਬ ਸਮੇਤ ਸਾਰਿਆਂ ਦੇ ਚਿਹਰਿਆਂ ਦੀ ਆਭਾ ਖੁਸ਼ੀ ਉੱਡ ਗਈ ਹੈ। ਜਦੋਂ ਭਾਈ ਪ੍ਰਾਣਾ ਨੇ ਇੱਕੋ ਵਾਰੀ ਆਖਿਆ, ਮਹਾਰਾਜ ਮੈਥੋਂ ਦੱਸਿਆ ਨਹੀਂ ਜਾਂਦਾ, ਮੈਂ ਕੀ ਦੱਸਾਂ, ਤੇ ਸਾਰਿਆਂ ਦੇ ਚਿਹਰਿਆਂ ਦੇ ਰੰਗ ਉੱਡ ਗਏ ਹਨ। ਪੁਨ ਪੂਛਤ ਦੇਹ ਸਕਲ ਸੁਨਾਏ। ਫਿਰ ਮਹਾਰਾਜ ਪੁੱਛਦੇ ਹਰਗੋਬਿੰਦ ਸਾਹਿਬ, ਦੱਸ ਭਾਈ ਪ੍ਰਾਣਾ, ਤੁਸੀਂ ਪੰਜਾਂ ਚੋਂ ਕੋਈ ਤਾਂ ਬੋਲੋ, ਸਾਡਾ ਆਦੇਸ਼ ਹੈ, ਹੁਕਮ ਹੈ ਵੀ ਤੁਹਾਡੇ ਚੋਂ ਕੋਈ ਜਾਣਾ ਸਾਨੂੰ ਸਾਰੀ ਵਾਰਤਾ ਸੁਣਾਏ ਜੋ ਕੁਝ ਹੋਇਆ ਹੈ। ਕਿਸ ਨੇ ਗੁਰ ਰਾਖੇ ਅਟਕਾਏ। ਦੱਸੋ ਕਿੰਨੇ ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਅਟਕਾ ਕੇ ਰੱਖਿਆ ਹੋਇਆ, ਕਿੰਨੇ ਰੋਕ ਲੈਣਾ ਕੀਤਾ ਹੈ। ਕਹਾਂ ਬਿਘਨ ਪਾ ਕਹ ਸਮਝਾਏ। ਸਾਨੂੰ ਸਮਝਾਓ ਸਾਰੀ ਗੱਲ ਵੀ ਸਾਡੇ ਪਿਤਾ ਜੀ ਨੂੰ ਅੰਮ੍ਰਿਤਸਰ ਆਉਣ ਵਿੱਚ ਕਿੰਨੇ ਰੁਕਾਵਟ ਪਾਈ ਹੈ, ਕਿਉਂ ਨਹੀਂ ਆਏ, ਕਿੰਨੇ ਰੋਕ ਕੇ ਡੱਕ ਕੇ, ਕਿਸੇ ਸਿੱਖ ਨੇ ਸੇਵਾ ਕਰਕੇ ਰੋਕਿਆ ਹੈ ਜਾਂ ਕਿਸੇ ਗੁਰੂ ਨਾਨਕ ਪਾਤਸ਼ਾਹ ਘਰ ਦੇ ਦੋਖੀ ਨੇ ਕੈਦ ਕੀਤਾ, ਸਾਨੂੰ ਸਾਰੀ ਗੱਲ ਸਮਝਾਉਣਾ ਕਰੋ। ਸ਼ਾਹ ਚੜ੍ਹਿਓ ਅਬ ਕੋ ਥਿਰ ਥੀਓ। ਵੀ ਬਾਦਸ਼ਾਹ ਜਹਾਂਗੀਰ ਤਾਂ ਉੱਥੋਂ ਚਲਾ ਗਿਆ ਲਾਹੌਰ ਤੋਂ ਕਦੋਂ ਦਾ, ਹੁਣ ਦੱਸੋ ਵੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦਾ ਉੱਥੇ ਕੀ ਕੰਮ ਹੈ, ਗਰੀਬ ਨਵਾਜ ਉੱਥੇ ਕਿਉਂ ਰੁਕੇ ਹੋਏ ਹਨ। ਜਿਨ੍ਹਾਂ ਗੁਰੂ ਨਹਿ ਆਵਣ ਦਿਓ। ਤੇ ਜਾਂ ਇਹੋ ਜਿਹਾ ਕਿਹੜਾ ਹੈ, ਬਾਦਸ਼ਾਹ ਤਾਂ ਹੁਣ ਹੈ ਨਹੀਂ ਉੱਥੇ, ਇਹੋ ਜਿਹਾ ਕਿਹੜਾ ਮਾਈ ਦਾ ਲਾਲ ਜਿਨ੍ਹਾਂ ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਉੱਥੇ ਕੈਦ ਕਰ ਲਿਆ ਜਾਂ ਰੋਕ ਕੇ ਰੱਖਿਆ ਹੈ। ਜਿਮ ਛੂਟ ਹੈ ਸਭ ਕਰਹਿ ਉਪਾਏ। ਜੇ ਸਾਡੇ ਪਿਤਾ ਨੂੰ ਕਿਸੇ ਨੇ ਕੈਦ ਕੀਤਾ ਹੈ ਤਾਂ ਹਰਗੋਬਿੰਦ ਸਾਹਿਬ ਕਹਿੰਦੇ ਜਿਹੜਾ ਵੀ ਉਪਾਅ ਬਣਿਆ, ਜਿਹੜਾ ਵੀ ਹੀਲਾ ਬਣਿਆ, ਅਸੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਜ਼ਰੂਰ ਕੈਦ ਚੋਂ ਛਡਾਵਾਂਗੇ। ਕਹੋ ਸਾਚ ਤੁਮ ਕਿਉਂ ਬਿਲ ਲਾਏ। ਕਿਉਂ ਦੁਖੀ ਹੋ ਤੁਸੀਂ, ਸਾਡੇ ਤਾਂ ਹੀ ਦੱਸੋ, ਅਸੀਂ ਜੋ ਹੀਲਾ ਬਣਿਆ ਸੀ ਪਿਤਾ ਸ਼੍ਰੀ ਨੂੰ ਕੈਦ ਤੋਂ ਰਿਹਾ ਕਰਵਾਵਾਂਗੇ, ਦੱਸੋ ਕੀ ਗੱਲ ਹੈ, ਸਾਰੀ ਗੱਲਬਾਤ ਸੱਚ ਸੱਚ ਦੱਸ ਦੇਵੋ। ਅਹਦੀ ਆਇਆ ਅਤਬ ਕੇ ਜਨ ਹੈ। ਨਾਲ ਹੀ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਜਦੋਂ ਦਾ ਉਹ ਅਹਿਦੀ ਆਇਆ ਨਾ ਚਿੱਠੀ ਲੈ ਕੇ, ਉਹ ਜਦੋਂ ਭੇਜਿਆ ਸੀ ਨਾ ਜਹਾਂਗੀਰ ਨੇ ਅਹਿਦੀਆ ਵੀ 2 ਲੱਖ ਰੁਪਈਆ ਤੁਹਾਨੂੰ ਜੁਰਮਾਨਾ ਕੀਤਾ, ਤੋ ਹਰਗੋਬਿੰਦ ਸਾਹਿਬ ਜੀ ਕਹਿੰਦੇ ਜਿੱਦਣ ਦਾ ਉਹ ਅਹਿਦੀਆ ਅੰਮ੍ਰਿਤਸਰ ਸਾਹਿਬ ਵਿੱਚ ਆਇਆ ਚਿੱਠੀ ਲੈ ਕੇ 2 ਲੱਖ ਦਾ ਜੁਰਮਾਨੇ ਦਾ ਖਬਰ ਸੁਣਾਈ ਹੈ। ਤੁਰਕ ਮੰਦ ਮਤ ਬਿਗੜਨ ਠਨ ਹੈ। ਅਸੀਂ ਉਦੋਂ ਹੀ ਜਾਣ ਲਿਆ ਸੀ ਵੀ ਮੰਦੀ ਮੱਤ ਵਾਲੇ ਤੁਰਕ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਵਿਗੜ ਪਏ ਹੈ, ਇਹਨਾਂ ਵਿਗੜਨ ਦੀ ਠਾਣ ਲਈ ਹੈ। ਚੁਗਲੀ ਉਗਲਤ ਮੁਗਲ ਬਿਗਾਰਾ। ਚੰਦੂ ਪਾਪੀ ਨੇ ਮੁਗਲ ਦੇ ਕੋਲ ਚੁਗਲੀਆਂ ਕਰ ਕਰਕੇ ਝੂਠੀਆਂ ਤੋਹਮਤਾਂ ਲਾ ਲਾ ਕੇ ਗੁਰੂ ਨਾਨਕ ਪਾਤਸ਼ਾਹ ਘਰ ਦੇ ਖਿਲਾਫ ਕੀਤਾ ਉਸ ਜਹਾਂਗੀਰ ਬਾਦਸ਼ਾਹ ਨੂੰ। ਕਿਮ ਹੋਈ ਗਤ ਕਰਹ ਉਚਾਰਾ। ਕੋਈ ਗੱਲ ਨਹੀਂ, ਜੋ ਹੋਇਆ ਪੇਛੀ ਹੋਈ, ਸਾਡੇ ਪਿਤਾ ਜੀ ਗਏ ਐ ਉੱਥੇ ਕਚਹਿਰੀ ਵਿੱਚ, ਹੁਣ ਦੱਸੋ ਅੱਗੇ ਕੀ ਹੋਇਆ। ਪਿਛਲਾ ਸਾਨੂੰ ਸਭ ਕੁਝ ਪਤਾ ਹੈ, ਅਸੀਂ ਜਾਣਦੇ ਹਾਂ ਵੀ ਇਹ ਤੁਰਕ ਹੁਣ ਸਾਡੇ ਨਾਲ ਸਾਡੇ ਸਕੇ ਨਹੀਂ, ਤੁਰਕ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਵੱਲ ਮੈਲੀ ਨਿਗਾਹ ਨਾਲ ਵੇਖਦੇ ਐ, ਪਰ ਸਾਨੂੰ ਦੱਸੋ ਹੁਣ ਅੱਗੇ ਕੀ ਹੋਇਆ। ਤੁਹਾਡੇ ਨਾਲ ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਗਏ ਸਨ। ਵਿਧਿਆ ਧਰ ਧੀਰਜ ਦਿੜਹੀਓ। ਤੋ ਕੋਈ ਹੋਰ ਤਾਂ ਬੋਲਿਆ ਨਾ, ਸਾਧ ਸੰਗਤ ਦੀ ਬਾਬਾ ਵਿਧੀ ਚੰਦ ਜੀ ਹੌਸਲੇ ਵਾਲੇ ਐ, ਇਹ ਅੱਗੇ ਕਦਮ ਜਿਹਾ ਪਟ ਕੇ ਧੀਰਜ ਧਾਰ ਕੇ ਹੌਸਲੇ ਨਾਲ ਬੋਲਣ ਲੱਗੇ ਐ। ਸਭ ਪ੍ਰਸੰਗ ਤਬ ਵਰਣਨ ਕੀਓ। ਬਾਬਾ ਵਿਧੀ ਚੰਦ ਸਾਹਿਬ ਦੀਆਂ ਸਾਰਾ ਪ੍ਰਸੰਗ ਸ਼ਹੀਦੀ ਦਾ ਮਹਾਰਾਜ ਦੇ ਵਰਣਨ ਕੀਤਾ ਹੈ। ਮਿਲੇ ਸਾਹੋ ਸੋ ਪੂਰਬ ਜਾਏ। ਸੱਚੇ ਪਾਤਸ਼ਾਹ ਜੀ ਸਤਿਗੁਰੂ ਸਾਹਿਬ ਜੀ ਪਹਿਲਾਂ ਸਾਰਿਆਂ ਤੋਂ ਇੱਥੋਂ ਜਦੋਂ ਲਾਹੌਰ ਗਏ, ਅਸੀਂ ਨਾਲ ਸਾਂ ਤੇ ਕਚਹਿਰੀ ਵਿੱਚ ਬਾਦਸ਼ਾਹ ਜਹਾਂਗੀਰ ਨੂੰ ਮਿਲੇ ਐ। ਥਿਰ ਹੋਏ ਘੜੀ ਚਾਰ ਨਿਕਸਾਏ। 4 ਘੜੀਆਂ ਕਚਹਿਰੀ ਵਿੱਚ ਬਾਦਸ਼ਾਹ ਦੇ ਪਾਸ ਸਵਾਲ ਜਵਾਬ ਹੋਏ ਐ। ਉਸ ਤੋਂ ਬਾਅਦ ਬਾਦਸ਼ਾਹ ਕਚਹਿਰੀ ਚੋਂ ਉੱਠ ਗਿਆ ਸੀ ਤੇ ਮਹਾਰਾਜ ਵੀ ਮੁੜ ਆਏ ਸਨ। ਨਿਕਸਤ ਵਹਿਰ ਸਿਪਾਹੀ ਬ੍ਰਿੰਦ। ਜਦੋਂ ਬਾਹਰ ਨਿਕਲੇ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਚੰਦੂ ਪਾਪੀ ਨੇ ਆਪਦੇ ਸਿਪਾਹੀ ਮਹਾਰਾਜ ਦੇ ਨਾਲ ਰਲਾ ਦਿੱਤੇ, ਤੋਰ ਦਿੱਤੇ ਸੀ। ਭਏ ਸੰਗ ਗਮਨੇ ਗ੍ਰਹਿ ਚੰਦ। ਅਸੀਂ ਵੀ ਨਾਲ ਸੀ ਤੇ ਚੰਦੂ ਸਿਪਾਹੀਆਂ ਸਮੇਤ ਸਾਨੂੰ ਤੇ ਸਤਿਗੁਰੂ ਸਾਹਿਬ ਨੂੰ ਲੈ ਕੇ ਆਪਣੀ ਹਵੇਲੀ ਵਿੱਚ ਲੈ ਗਿਆ, ਮੂੰਹ ਹਨੇਰੇ ਹੀ। ਸਾਹੋ
ਸੰਗ ਸੰਵਾਦ ਬਖਾਨਿਓ। ਉਥੇ ਜਿੰਨਾ ਵੀ ਬਾਦਸ਼ਾਹ ਦੇ ਨਾਲ ਕੋਈ ਸੰਵਾਦ ਹੋਇਆ ਸੀ, ਜਿਹੜੀ ਕੁਝ ਵੀ ਗੱਲ ਹੋਈ ਸੀ, ਸੋ ਹਮਨੇ ਕੁਛ ਸੁਨਿਓ ਨਾ ਜਾਣਿਓ। ਉਹਦੀ ਬਾਬਤ ਸਾਨੂੰ ਨਹੀਂ ਪਤਾ, ਕਿਉਂਕਿ ਕਚਹਿਰੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗਏ ਸਨ, ਇਕੱਲੇ ਸਤਿਗੁਰੂ ਜੀ, ਤੇ ਅੰਦਰ ਕੀ ਗੱਲ ਹੋਈ ਕੀ ਨਹੀਂ ਹੋਈ ਕਚਹਿਰੀ ਦੇ ਸਾਨੂੰ ਕੁਝ ਨਹੀਂ ਪਤਾ। ਪਰ ਜਦੋਂ ਪਾਤਸ਼ਾਹ ਕਚਹਿਰੀ ਚੋਂ ਨਿਕਲੇ ਉਦੋਂ ਸਾਨੂੰ ਨਾਲ ਰਲਾ ਦਿੱਤਾ ਸੀ। ਪਾਤਸ਼ਾਹ ਦੇ ਨਾਲ ਹੀ ਚੰਦੂ ਨੇ ਆਪਦੇ ਸਿਪਾਹੀ ਰਲਾ ਕੇ ਤੇ ਮਹਾਰਾਜ ਨੂੰ ਘੇਰਾ ਕੱਤ ਕੇ ਆਪਣੀ ਹਵੇਲੀ ਵਿੱਚ ਲੈ ਗਏ। ਅਸੀਂ ਵੀ ਨਾਲ ਹੀ ਉਸ ਹਵੇਲੀ ਵਿੱਚ ਗਏ ਸਾਂ। ਕਿਮ ਤਹ ਭਈ ਨ ਕੁਛ ਗਤ ਜਾਨੀ। ਕਚਹਿਰੀ ਵਿੱਚ ਕੀ ਹੋਇਆ ਕੀ ਨਹੀਂ ਹੋਇਆ, ਅਸੀਂ ਬਾਹਰ ਸੀਗੇ, ਸਾਨੂੰ ਉਸ ਬਾਬਤ ਕੋਈ ਜਾਣਕਾਰੀ ਨਹੀਂ ਹੈ। ਪਹੁੰਚੇ ਪੁਨ ਵੱਡ ਦੁਸ਼ਟ ਸਥਾਨੀ। ਫਿਰ ਵੱਡੇ ਦੁਸ਼ਟ ਚੰਦੂ ਦੀ ਹਵੇਲੀ ਵਿੱਚ ਸਿਪਾਹੀਆਂ ਸਮੇਤ ਸਤਿਗੁਰੂ ਅਸੀਂ ਸਾਰੇ ਪਹੁੰਚ ਗਏ। ਅੰਤਰ ਜਬ ਹੈ ਪ੍ਰਵੇਸ਼ਤ ਭਏ। ਜਦੋਂ ਹਵੇਲੀ ਦੇ ਦਰਵਾਜ਼ੇ ਵਿੱਚੋਂ ਅਸੀਂ ਸਾਰੇ ਹਵੇਲੀ ਵਿੱਚ ਵੜੇ ਸਾਂ, ਦ੍ਰਿੜ ਕੇ ਵਾਰ ਦੋਨਾਂ ਦੇ ਦਏ। ਚੰਦੂ ਪਾਪੀ ਨੇ ਸਿਪਾਹੀਆਂ ਨੂੰ ਕਹਿ ਕੇ ਪੱਕੇ ਚੰਗੀ ਤਰ੍ਹਾਂ ਜਿੰਦੇ ਮਰਵਾ ਦਿੱਤੇ। ਅੰਦਰੋਂ ਹਵੇਲੀ ਦੇ ਦਰਵਾਜ਼ੇ ਡਿਉੜੀ ਦੇ ਬੰਦ ਕਰਵਾ ਦਿੱਤੇ ਸਨਗੇ। ਹਮਕੋ ਡਿਉਢੀ ਥਾਨ ਟਿਕਾਏ। ਸਾਨੂੰ ਪੰਜਾਂ ਨੂੰ ਚੰਦੂ ਨੇ ਕਹਿ ਕੇ ਤੇ ਡਿਉੜੀ ਵਿੱਚ ਰੱਸਿਆਂ ਨਾਲ ਬਣਵਾ ਦਿੱਤਾ ਸੀਗਾ। ਅੰਤਰ ਸ੍ਰੀ ਸਤਿਗੁਰੂ ਬਿਠਾਏ। ਤੇ ਸਤਿਗੁਰਾਂ ਨੂੰ ਗਾਂ ਆਪਣੀ ਹਵੇਲੀ ਦੇ ਅੰਦਰ ਲਿਜਾ ਬਿਠਾਇਆ, ਕੈਦ ਕੀਤਾ। ਖਾਨ ਪਾਨ ਅਰ ਸੁਪਤਨ ਬਰਜੇ। ਕੀ ਦਸੀਏ ਪਾਤਸ਼ਾਹ, ਸਤਿਗੁਰਾਂ ਨੂੰ ਪਾਪੀ ਨੇ ਉਸੇ ਦਿਨ ਤੋਂ ਹੀ ਖਾਣਾ ਪੀਣਾ ਤੇ ਸੌਣ ਵੀ ਨਹੀਂ ਦਿੱਤਾ। ਸਭ ਕੁਝ ਵਰਜ ਦਿੱਤਾ ਸੀ, ਖਾਣਾ ਪੀਣਾ ਸੌਣਾ ਰੋਕ ਦਿੱਤਾ ਸੀ। ਪੁਨ ਸਜਾਏ ਦੁਖ ਕਹਿ ਕਹਿ ਤਰਜੇ। ਫਿਰ ਕਹਿ ਕਹਿ ਕੇ ਸੱਚੇ ਪਾਤਸ਼ਾਹ ਮਰ ਨੂੰ ਸਜਾਵਾਂ ਦਿੱਤੀਆਂ। ਕਦੇ ਰੇਤੇ ਵਿੱਚ ਸੀਸ 'ਚ ਰੇਤਾ, ਰੇਤੇ ਤੇ ਬਿਠਾਇਆ, ਦੇਗ 'ਚ ਉਬਾਲਿਆ, ਤੱਤੀ ਤਵੀ ਤੇ ਬਿਠਾਇਆ, ਬੇਅੰਤ ਤਰ੍ਹਾਂ ਦੀਆਂ ਸਜਾਵਾਂ ਦਿੱਤੀਆਂ, ਤਸੀਹੇ ਦਿੱਤੇ ਸਨ। ਲਿਹੋ ਨਾਤਾ ਨਤ ਕਰੇ ਹਾਂ ਘਾਤ। ਤੇ ਨਾਲੇ ਕਹਿੰਦਾ ਸੀ ਜਾਂ ਤਾਂ ਮੇਰੀ ਧੀ ਦਾ ਰਿਸ਼ਤਾ ਲਓ ਹਰਗੋਬਿੰਦ ਸਾਹਿਬ ਵਾਸਤੇ, ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦੇਵਾਂਗਾ। ਨਹਿ ਸਤਿਗੁਰ ਮਾਨੀ ਤਿਸ ਬਾਤ। ਪਰ ਧੰਨ ਗੁਰੂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਉਸ ਪਾਪੀ ਦੀ ਇੱਕ ਵੀ ਗੱਲ ਨਹੀਂ ਮੰਨੀ। ਮਹਾਰਾਜ ਨੇ ਇੱਕ ਵਾਰ ਵੀ ਹਾਮੀ ਨਹੀਂ ਭਰੀ ਸੀ। ਤੀਨ ਦਿਵਸ ਵੱਡ ਦੀਨ ਸਜਾਏ। ਪਾਪੀ ਨੇ ਪਾਤਸ਼ਾਹ ਜੀ 3 ਦਿਨ ਤੱਕ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਸਜ਼ਾ ਦਿੱਤੀ। ਤੋ ਪਹਿਲੇ ਦਿਨ ਕੈਦ ਕੀਤਾ ਸੀ, ਉਸ ਤੋਂ ਬਾਅਦ 3 ਦਿਨ ਇੱਕ ਦਿਨ ਭੁੱਖਾ ਰੱਖਿਆ ਤੇ ਫਿਰ 3 ਦਿਨ ਵੱਡੀ ਸਜ਼ਾ ਦਿੱਤੀ। ਦੇਗ 'ਚ ਉਬਾਲਿਆ, ਦੂਜੇ ਦਿਨ ਰੇਤੇ ਤੇ ਉੱਪਰ ਰੇਤ ਪਵਾਈ ਤੇ ਤੀਜੇ ਦਿਨ ਸਤਿਗੁਰਾਂ ਨੂੰ ਤੱਤੀ ਤਵੀ ਤੇ 2 ਪਹਿਰ ਬਹਾ ਕੇ ਰੱਖਿਆ। ਇਸ ਤਰ੍ਹਾਂ ਦੇ ਅਥਾਹ ਕਸ਼ਟ ਬੇਅੰਤ ਤਸੀਹੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਾਪੀ ਵੱਲੋਂ ਦਿੱਤੇ ਗਏ ਐ। ਹੋਤ ਭਈ ਸਭ ਗੁਰੂ ਰਜਾਏ। ਤੇ ਸੱਚੇ ਪਾਤਸ਼ਾਹ ਜੀ ਦੀ ਰਜਾ ਨਾਲ ਹੀ ਸਭ ਕੁਝ ਹੋਇਆ। ਗਰੀਬ ਨਵਾਜ ਇੱਕ ਰਸ ਆਨੰਦ ਸਹਿਤ ਰਹੇ ਸਨ। ਨਾਹੀਂ ਤਾਂ ਕਿਆ ਮਾਰਨ ਤਿਸ ਕੇਰੋ। ਸਤਿਗੁਰੂ ਜੀ ਕੀ ਦਸੀਏ, ਜੋ ਕੁਝ ਹੋਇਆ ਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਹੀ ਬਚਨ ਆਖੇ, ਤੇਰਾ ਕੀਆ ਮੀਠਾ ਲੱਗਿਆ ਨਾਮ ਪਦਾਰਥ ਨਕ ਮੰਗੈ। ਤੋ ਸੱਚੇ ਪਾਤਸ਼ਾਹ ਜੀ ਤਾਂ ਬੋਲੇ ਤੱਕ ਨਹੀਂ, ਨਾ ਸੀ ਕੀਤੀ, ਬਿਲਕੁਲ ਆਨੰਦ ਵਿੱਚ ਬੈਠੇ ਰਹੇ। ਸੱਚ ਦਸੀਏ, ਜੋ ਵੀ ਜ਼ੁਲਮ ਹੋਇਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਰਜਾ ਨਾਲ ਹੋਇਆ। ਨਹੀਂ ਤਾਂ ਹੇ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜੇ ਕਿਤੇ ਸੱਚੇ ਪਾਤਸ਼ਾਹ ਸਾਨੂੰ ਆਗਿਆ ਕਰ ਦਿੰਦੇ ਤੇ ਸਾਡੇ ਵਾਸਤੇ ਚੰਦੂ ਵਰਗਾ ਕੀੜਾ ਮਾਰਨਾ ਕੋਈ ਔਖਾ ਨਹੀਂ ਸੀ। ਤੁਰਕਣ ਰਾਜ ਪ੍ਰਤਾਪ ਵਡੇਰੋ। ਅਸੀਂ ਤਾਂ ਵੱਡੇ ਪ੍ਰਤਾਪ ਵਾਲੇ ਤੁਰਕਾਂ ਦਾ ਰਾਜ ਨਸ਼ਟ ਕਰ ਸਕਦੇ ਸਾਂ। ਇੱਕ ਸਿੱਖ ਹੀ ਬਹੁਤ ਸੀਗਾ ਤੇ ਚੰਦੂ ਵਰਗਾ ਪਾਪੀ ਮਾਰਨਾ ਸਾਡੇ ਵਾਸਤੇ ਕਿਹੜੀ ਗੱਲ ਸੀ। ਸਾਨੂੰ ਮਹਾਰਾਜ ਨੇ ਆਗਿਆ ਨਹੀਂ ਦਿੱਤੀ, ਸਗੋਂ ਸ਼ਾਂਤ ਰਹਿਣ ਵਾਸਤੇ ਆਖ ਦਿੱਤਾ। ਇੱਕ ਸਿੱਖ ਨਾ ਸਹਿਬ ਇਲਮ ਬਹੀਨ। ਬਿਨਾਂ ਦੇਰੀ ਤੋਂ ਭਾਈ ਪ੍ਰਾਣਾ ਵਰਗੇ ਇੱਕ ਸਿੱਖ ਹੀ ਇਹਨਾਂ ਦਾ ਰਾਜ ਨਸ਼ਟ ਕਰ ਦੇ ਸਕਦੇ ਸੀ, ਸਮੇਤ ਚੰਦੂ ਤੇ ਤੁਰਕੜੇ ਜਹਾਂਗੀਰ ਦੇ। ਕਹਿ ਸਤਿਗੁਰ ਸਭ ਬਰਜਨ ਕੀਨ। ਪਰ ਜਦੋਂ ਜਦੋਂ ਅਸੀਂ ਬੇਨਤੀਆਂ ਕਰਦੇ, ਮਹਾਰਾਜ ਜੇ ਤੁਸੀਂ ਨਹੀਂ ਸ਼ਾਂਤ ਤੁਸੀਂ ਰਹਿਣਾ ਤੇ ਸਾਨੂੰ ਆਗਿਆ ਬਖਸ਼ੋ, ਪਰ ਮਹਾਰਾਜ ਨੇ ਵਾਰ-ਵਾਰ ਸਾਨੂੰ ਸ਼ਾਂਤ ਕਰਵਾਇਆ, ਕਰਾਮਾਤ ਵਿਖਾਉਣ ਤੋਂ ਵਰਜ ਦਿੱਤਾ ਸੀ। ਮਾਰ ਖਾਏ ਬੈਠੇ ਮੁਰਝਾਏ। ਤੇ ਅਸੀਂ ਉਹਨਾਂ ਦੀ ਡਾਂਗਾਂ ਦੀ ਮਾਰ ਖਾ ਕੇ ਪਾਪੀ ਸੈਨਿਕਾਂ ਪਾਸੋਂ ਚੁੱਪ ਕਰਕੇ ਬਹਿ ਜਾਂਦੇ ਰਹੇ। ਨਹੀਂ ਤਾਂ ਜੇ ਮਹਾਰਾਜ ਹੁਕਮ ਕਰਦੇ ਲਾਹੌਰ
ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੰਦੇ ਅਸੀਂ। ਹਮ ਹੇਰਤ ਗੁਰ ਸਹੀ ਤੇ ਸਜਾਏ। ਫਿਰ ਕੀ ਦਸੀਏ, ਮਹਾਰਾਜ ਸਜ਼ਾ ਸਹਿੰਦੇ ਗਏ, ਅਸੀਂ ਮਹਾਰਾਜ ਦੇ ਦਰਸ਼ਨ ਕਰਦੇ ਗਏ। ਸੱਚੇ ਪਾਤਸ਼ਾਹ ਦੇ ਸੀਸ ਤੇ ਚੌਰ ਝੁੱਲਦੇ ਦੇ ਦਰਸ਼ਨ ਵੀ ਕਰਦੇ ਰਹੇ ਅਸੀਂ ਹਰਿਮੰਦਰ ਸਾਹਿਬ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਅੱਖਾਂ ਨੇ ਸਤਿਗੁਰਾਂ ਦੇ ਦਰਸ਼ਨ ਚੰਦੋਏ ਹੇਠਾਂ ਕੀਤੇ ਆ, ਚੌਰ ਸਾਹਿਬ ਝੁੱਲਦਿਆਂ ਕੀਤੇ, ਛਤਰ ਝੁੱਲਦਿਆਂ ਕੀਤੇ, ਅਤਰ ਝੁੱਲਦਿਆਂ ਕੀਤੇ ਆ, ਚੰਦਨ ਤੇ ਕੇਸਰ ਦੀਆਂ ਧੂਫਾਂ ਹੁੰਦੀਆਂ, ਸੁਗੰਧੀਆਂ ਫੁੱਲ ਬਰਖਦਿਆਂ ਅਸੀਂ ਦਰਸ਼ਨ ਕੀਤੇ ਇਹਨਾਂ ਨੇਤਰਾਂ ਦੇ ਨਾਲ। ਮਹਾਰਾਜ ਨਿਭਾਗੇ ਨੇਤਰਾਂ ਨੇ, ਅਸੀਂ ਉਹਨਾਂ ਨੇਤਰਾਂ ਦੇ ਨਾਲ ਹੀ ਨਿਭਾਗਿਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਉਹ ਦਰਸ਼ਨ ਵੀ ਕੀਤੇ ਜਦੋਂ ਸੀਸ ਵਿੱਚ ਰੇਤਾ ਪੈਂਦਾ ਸੀ। ਮਹਾਰਾਜ ਨੂੰ ਤੱਤੀ ਤਵੀ ਤੇ ਬਹਿੰਦਿਆਂ ਵੀ ਅਸੀਂ ਵੇਖਿਆ, ਤੱਤੀ ਰੇਤ ਤੇ ਬੈਠਿਆਂ ਵੀ ਵੇਖਿਆ। ਇਹਨਾਂ ਨੇਤਰਾਂ ਦੇ ਨਾਲ ਅਸੀਂ ਪਾਤਸ਼ਾਹ ਮਹਾਰਾਜ ਨੂੰ ਦੇਗ ਵਿੱਚ ਉਬਾਲੇ ਖਾਂਦਿਆਂ ਵੀ ਵੇਖਿਆ ਹੈ। ਤੋ ਮਹਾਰਾਜ ਚੁੱਪਚਾਪ ਆਨੰਦ ਸਹਿਤ ਇੱਕ ਰਸ ਸਜਾ ਤਸੀਹੇ ਸਹਿੰਦੇ ਗਏ। ਅਸੀਂ ਇਹਨਾਂ ਨੇਤਰਾਂ ਦੇ ਨਾਲ ਵੇਖ ਵੇਖ ਕੇ ਦੁਖੀ ਹੁੰਦੇ ਰਹੇ ਸਾਂ। ਨਿਕਸੇ ਰਾਵੀ ਕਰਨ ਇਸ਼ਨਾਨ। ਤੋ ਪੰਜਵੇਂ ਦਿਨ ਸੱਚੇ ਪਾਤਸ਼ਾਹ ਜੀ ਰਾਵੀ ਨੂੰ ਨਿਕਲੇ ਸੀ ਇਸ਼ਨਾਨ ਕਰਨ ਵਾਸਤੇ। ਤਟ ਪਰ ਥਿਰ ਹੋਏ ਤਿਆਗੇ ਪ੍ਰਾਨ। ਤੋ ਬਾਬਾ ਬਿਧੀ ਚੰਦ ਜੀ ਕਹਿੰਦੇ ਪਾਤਸ਼ਾਹ ਕੀ ਦਸੀਏ। ਮਹਾਰਾਜ ਸੱਚੇ ਪਾਤਸ਼ਾਹ ਨੇ ਉਸੇ ਤਰ੍ਹਾਂ ਜਿਹੜਾ ਹੈ ਆਪਣੇ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹ ਕੇ ਤੋ ਇਸ ਰਾਵੀ ਨਦੀ ਦੇ ਕਿਨਾਰੇ ਤੇ ਪ੍ਰਾਣ ਤਿਆਗ ਦਿੱਤੇ, ਸੱਚਖੰਡ ਚਾਲਾ ਮਾਰ ਦਿੱਤਾ, ਸ਼ਹੀਦੀ ਪ੍ਰਾਪਤ ਕਰ ਲਈ ਸੀ। ਲਵਪੁਰ ਸੰਗਤ ਮਿਲੀ ਵਿਸਾਲਾ। ਜਿਵੇਂ ਜਿਵੇਂ ਖਬਰ ਹੋਈ ਲਾਹੌਰ ਦੀਆਂ ਬੇਅੰਤ ਸੰਗਤਾਂ ਨੇ ਮਿਲ ਕਰਕੇ ਜਲ ਪ੍ਰਵਾਹ ਕੀਨ ਸਤਤ ਕਾਲਾ। ਸਤਿਗੁਰਾਂ ਦੇ ਪਾਵਨ ਸਵਰੂਪ ਨੂੰ ਜਲ ਪ੍ਰਵਾਹ ਕਰ ਦਿੱਤਾ ਸੀ ਜਿਵੇਂ ਆਗਿਆ ਹੋਈ ਸੀ। ਦ੍ਰਿਗ ਆਗੇ ਅਸ ਕੌਤਕ ਹੋਵਾ। ਤੋ ਮਹਾਰਾਜ ਤੁਹਾਡੇ ਇਸ ਸਿੱਖ ਬਿਧੀ ਚੰਦ ਦੀਆਂ ਅੱਖਾਂ ਦੇ ਅੱਗੇ ਸਾਰਾ ਕੌਤਕ ਹੋਇਆ ਹੈ। ਹਮ ਸਿੱਖ ਨਾਮ ਸਰਬ ਹੀ ਜੋਵਾ। ਮਹਾਰਾਜ ਸਾਨੂੰ ਵੇਖੋ ਵੀ ਅਸੀਂ ਤਾਂ ਇਕੱਲੇ ਨਾਮ ਦੇ ਸਿੱਖ ਹਾਂ, ਅਸੀਂ ਆਪਦੇ ਆਚਰਣ ਚਰਿੱਤਰ ਦੇ ਕਰਨੀ ਦੇ ਸਿੱਖ ਨਹੀਂ ਰਹਿ ਗਏ। ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਅਸੀਂ ਪੰਜੇ ਇਕੱਲੇ ਨਾਂ ਦੇ ਸਿੱਖ ਰਹਿ ਗਏ ਹਾਂ। ਮਰਨੇ ਆਗੇ ਮਹਿਦ ਕੁਪਾਗੇ। ਕਿਉਂਕਿ ਅਸੀਂ ਜੇ ਸਿੱਖ ਹੁੰਦੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਸਾਡੇ ਪ੍ਰਾਣ ਨਿਕਲ ਜਾਂਦੇ। ਅਸੀਂ ਖੋਟੇ ਭਾਗਾਂ ਵਾਲੇ ਹਾਂ। ਰਿਦਾ ਨ ਬਿਦਰਿਓ ਦੁਖ ਨਹਿ ਲਾਗੇ। ਸਤਿਗੁਰਾਂ ਦੇ ਸ਼ਹੀਦ ਹੋਣ ਤੋਂ ਤਸੀਹ ਜਰਨ ਤੋਂ ਪਹਿਲਾਂ ਸਾਡਾ ਕਲੇਜਾ ਕਿਉਂ ਨਾ ਪਟ ਗਿਆ, ਅਸੀਂ ਕਿਉਂ ਦੁਖੀ ਹੋ ਕੇ ਨਾ ਮਰ ਗਏ। ਹਰ ਗੋਬਿੰਦ ਸੁਣ ਦੁਖਦ ਮਹਾਨਾ। ਸੁਣ ਕੇ ਸਾਧ ਸੰਗਤ ਜੀ ਬਾਬਾ ਬਿਧੀ ਚੰਦ ਦੇ ਬਚਨ ਨੇਤਰਾਂ ਚੋਂ ਜਲ ਕੇਰਦੇ ਹੋਏ ਇਸ ਬਾਬਾ ਬਿਧੀ ਚੰਦ ਮਹਾਂਪੁਰਖ ਨੇ ਸਾਰੀ ਵਾਰਤਾ ਸੁਣਾ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਹੁਤ ਦੁਖੀ ਹੋਏ। ਦੁਖੀ ਇਸ ਕਰਕੇ ਨਹੀਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋ ਗਏ ਹੈ, ਦੁਖੀ ਖਾਲਸਾ ਜੀ ਇਸ ਕਰਕੇ ਵੀ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਏ। ਜਿਸ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਅੰਦਰ ਸਭੇ ਸਾਂਝੀ ਵਾਲ ਸਦਾਇਨ, ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਜੋ ਸਰਣ ਆਵੈ ਤਿਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ। ਕਬੀਰ ਜਿਹ ਦਰ ਆਵਤ ਜਾਤਿਆ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸਿਓ ਕਿਆ ਰੀਸ। ਜਿੱਥੈ ਨੀਚ ਸੰਭਾਲੀਣ ਤਿੱਥੈ ਨਦਰ ਤੇਰੀ ਬਖਸ਼ੀਸ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੈ। ਜਿਹੜਾ ਗਰੀਬਾਂ ਨੂੰ ਨਿਵਾਜਣ ਵਾਲਾ ਦਰ ਹੈ, ਉਸ ਦਰ ਘਰ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਨੇ ਸਦਾ ਸੰਸਾਰ ਦਾ ਕਲਿਆਣ ਲੋਚੀ ਹੈ, ਜਿਨ੍ਹਾਂ ਦਾ ਕੋਈ ਦੋਸ਼ ਨਹੀਂ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨਹਕਿਆਂ ਨੂੰ ਇਹਨਾਂ ਨੇ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ। ਇਹ ਸਾਰੀ ਵਰਤਾਂਤ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਦੁਖੀ ਹੋਏ ਹਨ। ਬਾਣੀ ਬਾਣ ਲੱਗੀ ਜਨ ਕਾਨਾ। ਬਾਬਾ ਬਿਧੀ ਚੰਦ ਦੇ ਬਚਨ ਸਤਿਗੁਰਾਂ ਦੇ ਕੰਨਾਂ ਵਿੱਚ ਇਉਂ ਲੱਗੇ ਜਿਵੇਂ ਕਿਸੇ ਨੇ ਤਿੱਖਾ ਤੀਰ ਮਾਰਿਆ ਹੋਵੇ। ਬੇਧਿਓ ਰਿਦਾ ਪੁਕਾਰਤ ਉੱਚੇ। ਰਿਦਾ ਵਿੰਨਿਆ ਗਿਆ ਹਰਗੋਬਿੰਦ ਸਾਹਿਬ ਦਾ ਵੀ ਸਾਡੇ ਪਿਤਾ ਜਿਨ੍ਹਾਂ ਦੇ ਅਸੀਂ ਸੀਸ ਤੇ ਚੌਰ ਕਰਦੇ ਨਹੀਂ ਥੱਕਦੇ, ਨਾ ਸਿਰ 'ਚ ਰੇਤਾ ਪਾਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਗਰੀਬ ਨਵਾਜ ਨੇ ਬਹੁਤ ਲੰਮਾ ਹੌਕਾ ਲਿਆ ਇੰਨੇ ਤਸੀਹੇ ਮਹਾਰਾਜ ਦੇ ਉੱਤੇ ਹੋਏ ਤਸ਼ੱਦਦ ਨੂੰ ਸੁਣ ਕਰਕੇ। ਤਜ ਏ ਕਲ ਪਰਲੋਕ ਪਹੁੰਚੇ। ਨੇਤਰਾਂ ਚੋਂ ਜਲ ਕੇਰਦੇ ਹੋਏ ਹਰਗੋਬਿੰਦ ਸਾਹਿਬ ਜੀ ਬੋਲੇ, ਹੇ ਪਿਤਾ ਗੁਰੂ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ, ਮਹਾਰਾਜ ਸਾਨੂੰ ਕੱਲਿਆਂ ਨੂੰ ਛੱਡ ਕੇ
ਤੁਸੀਂ ਪਰਲੋਕ ਵਿੱਚ ਪਹੁੰਚ ਗਏ ਹੋ। ਸਗਰੀ ਸੰਗਤ ਕੇਰ ਅਲੰਬ। ਪਾਤਸ਼ਾਹ ਤੁਸੀਂ ਸਾਰੀ ਸਿੱਖ ਸੰਗਤ ਦੇ ਆਸਰਾ ਰੂਪ ਸੀ। ਕਰਹਿ ਪ੍ਰਤੀਖਣ ਦਾਸ ਕਤੰਬ। ਅਸੀਂ ਤਾਂ ਮਹਾਰਾਜ ਇੱਥੇ ਉਡੀਕਾਂ ਲਾ ਕੇ ਬੈਠੇ ਸਾਂ ਵੀ ਕਦੋਂ ਸੱਚੇ ਪਾਤਸ਼ਾਹ ਜੀ ਆਉਣਗੇ ਤੇ ਸਾਨੂੰ ਖੁੱਲੇ ਦਰਸ਼ਨ ਬਖਸ਼ਣਗੇ। ਅਲਪ ਆਰ ਬਲ ਗੁਰ ਜਬ ਰੋਏ। ਤੋ ਜਦੋਂ ਥੋੜੀ ਉਮਰ ਦੇ ਕੇਵਲ 12 ਵਰਿਆਂ ਦੀ ਉਮਰ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਮਹਾਰਾਜ ਤੇ ਮਹਾਨ ਕਸ਼ਟ ਤਸੀਹੇ ਹੁੰਦੇ ਸਭ ਖਬਰ ਸੁਣੀ ਬਾਬਾ ਬਿਧੀ ਚੰਦ ਤੋਂ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵਰਾਗੀ ਹੋਏ ਹਨ, ਕਰੀ ਪੁਕਾਰ ਊਚ ਸਭ ਕੋਏ। ਜਿੰਨੀ ਸੰਗਤ ਬੈਠੀ ਪੰਡਾਲ ਵਿੱਚ ਸਾਧ ਸੰਗਤ ਦੀ ਕਿਹੜੀ ਅੱਖ ਹੈ ਜਿਹੜੀ ਮਹਾਰਾਜ ਦੀ ਸ਼ਹਾਦਤ ਤੇ ਬਾਬਾ ਬਿਧੀ ਚੰਦ ਦੇ ਮੂੰਹੋਂ ਸੁਣੇ ਹੋਏ ਤਸੀਹੇ ਸਾਰੇ ਸੁਣ ਕੇ ਉਹਨਾਂ ਨੂੰ ਕਿਆਸ ਕੇ ਕਿਹੜੀ ਅੱਖ ਜਿਹੜੀ ਸੰਗਤ ਵਿੱਚ ਰੋਈ ਨਹੀਂ। ਸਾਰੀ ਸੰਗਤ ਦੇ ਨੇਤਰਾਂ ਵਿੱਚ ਜਲ ਭਰ ਆਇਆ ਹੈ। ਬੈਠੀ ਹੁਤੀ ਗੰਗ ਚਿਤ ਸ਼ਾਂਤੀ। ਗੁਰੂ ਕੇ ਮਹਿਲ ਇੱਥੇ ਮਾਤਾ ਗੰਗਾ ਜੀ ਜਿਹੜੇ ਬੜੇ ਸ਼ਾਂਤ, ਕੋਈ ਚਿਤ ਚੇਤਾ ਨਹੀਂ ਇਹੋ ਜੀ ਘਟਨਾ ਦਾ, ਸ਼ਾਂਤੀ ਦੇ ਨਾਲ ਕੰਮਕਾਰ ਕਰ ਰਹੇ ਸਨ, ਸੇਵਾ ਕਰ ਰਹੇ ਸਨ। ਸੁਣਤ ਕੂਕ ਦਲ ਕੀ ਤਬ ਛਾਤੀ। ਜਦੋਂ ਸੰਗਤ ਦੇ ਰੌਲੇ ਦੀ ਆਵਾਜ਼ ਆਉਂਦੀ ਹੈ, ਡੁਸਕਿਆਂ ਲੈਂਦਿਆਂ ਦੀ ਆਵਾਜ਼ ਪੈਂਦੀ ਹੈ, ਕਿਉਂਕਿ ਪ੍ਰੇਮ ਹੈ ਨਾ ਸੰਗਤਾਂ ਦਾ। ਤੋ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਸੁਣ ਕੇ ਜਦੋਂ ਸੋਗ ਪਿਆ ਹੋਇਆ ਸਭ ਮਾਤਾ ਗੰਗਾ ਜੀ ਦੇ ਕੰਨਾਂ ਵਿੱਚ ਕਣਸੋ ਪੈਂਦੀ ਹੈ। ਸੋਧ ਕੋ ਦਾਸੀ ਤੁਰਤ ਪਠਾਈ। ਤੇ ਇੱਕ ਦਾਸੀ ਨੂੰ ਭੇਜਿਆ ਵੀ ਵੇਖੋ ਖਾਂ ਜਰਾ ਕੀ ਹੋਇਆ ਹੈ, ਵੀ ਸੰਗਤ ਕਿਉਂ ਇਸ ਤਰ੍ਹਾਂ ਰੌਲਾ ਪਾ ਰਹੀ ਹੈ, ਕੀ ਕਾਰਨ ਬਣਿਆ। ਇੱਕ ਦਾਸੀ ਨੂੰ ਭੇਜਿਆ ਖਬਰ ਲੈਣ ਵਾਸਤੇ। ਗੁਰ ਪ੍ਰਲੋਕ ਪਾਨ ਸੁਨਾਈ। ਦਾਸੀ ਉਥੋਂ ਵੇਖ ਕੇ ਸੁਣ ਕੇ ਆ ਦੱਸਿਆ, ਇਹ ਧੰਨ ਮਾਤਾ ਗੰਗਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੱਚਖੰਡ ਵਿਰਾਜ ਗਏ ਹਨ। ਮਨਹਾ ਅਚਾਨਕ ਬੱਜਰ ਪ੍ਰਹਾਰਾ। ਸੱਚੇ ਪਾਤਸ਼ਾਹ ਮਹਾਰਾਜ ਨੂੰ ਪਾਪੀਆਂ ਨੇ ਤਸੀਹੇ ਦੇ ਕੇ ਸ਼ੀਸ਼ 'ਚ ਰੇਤਾ ਪਾ ਕੇ ਤੱਤੀ ਤਵੀ ਤੇ ਬਿਠਾ ਕੇ ਦੇਗ 'ਚ ਉਬਾਲ ਕੇ ਸ਼ਹੀਦ ਕਰ ਦਿੱਤਾ ਹੈ। ਇਹ ਬਚਨ ਜਦੋਂ ਧੰਨ ਮਾਤਾ ਗੰਗਾ ਜੀ ਦੇ ਕੰਨੀ ਪਏ ਹੈ ਤੋ ਕਵੀ ਜੀ ਕਹਿੰਦੇ ਮਾਨੋ ਕਿਸੇ ਨੇ 7 ਧਾਤਾਂ ਦਾ ਬਣਿਆ ਜਿਹਨੂੰ ਵਜਰ ਸ਼ਾਸਤਰ ਕਹਿੰਦੇ ਆ, ਉਹ ਜਿਹੜਾ ਵਾ ਕਿਸੇ ਦੀ ਛਾਤੀ ਵਿੱਚ ਮਾਰਿਆ ਹੋਵੇ। ਇਸ ਤਰ੍ਹਾਂ ਮਾਤਾ ਗੰਗਾ ਜੀ ਦੇ ਕੰਨੀ ਦਾਸੀ ਦੇ ਬੋਲ ਵੱਜੇ ਹਨ। ਕੰਚਨ ਬੇਲ ਗਿਰੀ ਇੱਕ ਬਾਰਾ। ਪੀਲੇ ਪੱਤਿਆਂ ਵਾਲੀ ਜਿਹੜੀ ਕੰਚਨ ਦੀ ਵੇਲ ਜਿਹੜੀ ਗਿਣੀ ਜਾਂਦੀ ਆ, ਕੰਚ ਨਾਰ ਦਾ ਬੂਟਾ ਵੇਲ ਗਿਣੀ ਜਾਂਦੀ ਜਿਹੜੀ, ਜਿਵੇਂ ਉਹ ਮਰਝਾਈ ਹੋਈ ਹੁੰਦੀ ਆ। ਮਾਤਾ ਗੰਗਾ ਜੀ ਦਾ ਚਿਹਰਾ ਇੱਕੋ ਦਮ ਖਬਰ ਸੁਣ ਕੇ ਐਨ ਪੀਲਾ ਜਰਦ ਹੋ ਗਿਆ ਹੈ। ਸਗਰ ਨਗਰ ਮਹਿ ਸੁਣਿਓ ਪ੍ਰਸੰਗ। ਇਧਰ ਮਾਤਾ ਗੰਗਾ ਜੀ ਨੂੰ ਵੀ ਜਦੋਂ ਸਾਰੀ ਖਬਰ ਮਿਲ ਗਈ ਹੈ, ਮਾਤਾ ਗੰਗਾ ਜੀ ਦੇ ਨੇਤਰਾਂ ਚੋਂ ਵੀ ਜਲ ਡੁੱਲਣ ਲੱਗਿਆ। ਇੱਧਰ ਜਿੰਨਾ ਨਗਰ ਹੈ ਅੰਮ੍ਰਿਤਸਰ ਸਾਹਿਬ ਸਾਰੇ ਪਾਸੇ ਖਬਰਾਂ ਹੋਣ ਲੱਗੀਆਂ ਹਨ। ਦੌਰਤ ਆਵਤ ਰੁਦਿਤ ਤੰਗ। ਜਿੰਨੇ ਸਿੱਖ ਹੈ ਸਿੱਖਣੀਆਂ ਮਾਈ ਭਾਈ ਦੌੜੇ ਆਉਂਦੇ ਆ, ਹਾਏ ਇਹਨਾਂ ਨੇ ਕੀ ਕਰ ਦਿੱਤਾ ਪਾਪੀਆਂ ਨੇ। ਸਾਡੇ ਸਤਿਗੁਰੂ ਸਾਹਿਬ ਮਹਾਰਾਜ ਜਿਨ੍ਹਾਂ ਤੋਂ ਸਦਾ ਸਾਨੂੰ ਸੁੱਖ ਦੀ ਦਾਤ ਪ੍ਰਾਪਤ ਹੋਈ, ਪਾਪੀਆਂ ਨਿਹੱਕਿਆਂ ਨੂੰ ਸ਼ਹੀਦ ਕੀਤਾ। ਇਸ ਤਰ੍ਹਾਂ ਗੱਲਾਂ ਕਰਦੇ ਸਿੱਖ ਰੋਂਦੇ ਹੋਏ ਨੇਤਰਾਂ 'ਚ ਜਲ ਭਰਦੇ ਹੋਏ ਕੋਈ ਹਰਿਮੰਦਰ ਸਾਹਿਬ ਨੂੰ ਦੌੜਦਾ ਹੈ। ਮਾਈਆਂ ਗੁਰੂ ਕੇ ਮਹਿਲ ਮਾਤਾ ਗੰਗਾ ਜੀ ਪਾਸ ਭੱਜ ਜਾਂਦੀਆਂ ਹਨ। ਮਿਲੇ ਸਮੂਹ ਆਏ ਨਰ ਨਾਰੀ। ਨਰ ਇਸਤਰੀਆਂ ਸਾਰੇ ਮਿਲ ਕੇ ਸਤਿਗੁਰਾਂ ਦੇ ਪਾਸ, ਕੋਈ ਮਾਤਾ ਗੰਗਾ ਜੀ ਦੇ ਪਾਸ ਪਹੁੰਚ ਰਹੇ ਹੈ। ਰੋਦਤ ਉੱਚੇ ਕਰਤ ਪੁਕਾਰੀ। ਸਤਿਗੁਰਾਂ ਦੇ ਨਾਲ ਪ੍ਰੇਮ ਸੰਗਤ ਦਾ ਹੈ। ਸੱਚੇ ਪਾਤਸ਼ਾਹ ਮਰ ਨੂੰ ਯਾਦ ਕਰ ਕਰਕੇ ਉੱਚੀ ਸੰਗਤਾਂ ਰੋ ਰਹੀਆਂ ਹਨ, ਨੇਤਰਾਂ ਚੋਂ ਜਲ ਡੁੱਲਦਾ ਹੈ। ਬਿਰਲਾ ਪਹਿ ਤਜ ਅਸਰਣ ਆਪ ਹੈ। ਬੜਾ ਵਿਰਲਾਪ ਹੋ ਰਿਹਾ ਹੈ, ਨੇਤਰਾਂ ਚੋਂ ਹੰਝੂ ਡੁੱਲ ਰਹੇ ਹਨ ਸਭ ਦੇ। ਪਰਤਾਪਹਿ ਗੁਣ ਸਿਮਰ ਕਲਾਪਹਿ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਣਾਂ ਨੂੰ ਯਾਦ ਕਰ ਕਰਕੇ ਵੀ ਇੱਥੇ ਯਾੜ ਹੀ ਸੀ, ਇੱਥੇ ਕੀ ਸੀ। ਅੰਮ੍ਰਿਤਸਰ ਸਾਹਿਬ ਮਹਾਰਾਜ ਨੇ ਸਾਨੂੰ ਭੁੱਖਿਆਂ ਨੂੰ ਰੋਟੀ ਤੇ ਪਾਇਆ। ਕਿਧਰੇ ਮਹਾਰਾਜ ਨੇ ਦੁਕਾਨਾਂ ਹੱਟਾਂ ਖੋਲ ਕੇ ਦਿੱਤੀਆਂ, ਘਰ ਪਾ ਕੇ ਦਿੱਤੇ ਸੱਚੇ ਪਾਤਸ਼ਾਹ ਨੇ। ਕਿਧਰੇ ਜੀਵਾਂ ਦੀ ਕਲਿਆਣ ਵਾਸਤੇ ਅੰਮ੍ਰਿਤ ਸਰੋਵਰ ਲਾਏ, ਹਰਿਮੰਦਰ ਸਾਹਿਬ ਬਣਾਇਆ, ਠੇਪਨ ਹੁੰਦਾ। ਕਿੰਨੇ ਸੁੱਖ ਸਵਰਗੀ ਬਣਾ ਦਿੱਤਾ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਨੂੰ। ਇਹੋ ਜਿਹੇ ਦੀਨ ਦਿਆਲ ਪਾਤਸ਼ਾਹ ਨਿਮਰਤਾ ਦੇ ਪੁੰਜ ਨੂੰ ਸਮੇਂ ਦੀ ਹਕੂਮਤ ਨੇ, ਪਾਪੀਆਂ ਨੇ ਈਰਖਾ ਵਸ ਹੋ ਕਰਕੇ ਸ਼ਹੀਦ ਕਰ ਦਿੱਤਾ ਹੈ।
ਇਹੋ ਜਿਹੇ ਮਹਾਰਾਜ ਦੇ ਕੁਝ ਪਰਉਪਕਾਰ ਗਿਣ ਗਿਣ ਕੇ ਸੰਗਤਾਂ ਬਹੁਤ ਦੁਖੀ ਹੋ ਰਹੀਆਂ, ਹਿਰਦੇ ਤਪ ਰਹੇ ਹਨ। ਪੁੱਤਰ ਬਾਲ ਬੈ ਤਿਆਗ ਗੁਸਾਈ। ਤੇ ਮਾਈਆਂ ਗੱਲਾਂ ਕਰਦੇ ਆ, ਕੁਝ ਸਿੱਖ ਗੱਲਾਂ ਕਰਦੇ ਆ ਵੀ ਛੋਟੀ ਜਿਹੀ ਉਮਰ ਦੇ 12 ਵਰ੍ਹਿਆਂ ਦੇ ਪੁੱਤਰ ਨੂੰ ਛੱਡ ਕੇ ਹੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮਾਲਕ ਜੀਓ, ਸਿਰ ਪਰ ਸਤਰ ਦੁਸ਼ਟ ਸਮੁਦਾਈ। ਤੁਸੀਂ ਸੱਚਖੰਡ ਬਿਰਾਜ ਗਏ ਹੋ ਪਾਤਸ਼ਾਹ। ਇਹ ਹਰਗੋਬਿੰਦ ਸਾਹਿਬ ਦੀ ਕੇਵਲ 12-13 ਵਰ੍ਹੇ ਉਮਰ ਹੈ। ਗਰੀਬ ਨਵਾਜ ਸਾਰੀ ਹਕੂਮਤ ਹਰਗੋਬਿੰਦ ਸਾਹਿਬ ਦੀ ਵੈਰੀ ਬਣੀ ਹੋਈ, ਜਿਨ੍ਹਾਂ ਤੁਹਾਨੂੰ ਸ਼ਹੀਦ ਕੀਤਾ। ਸਿਰ ਉੱਪਰ ਦੁਸ਼ਮਣਾਂ ਦੇ, ਹਕੂਮਤ ਦੇ, ਪਾਪੀਆਂ ਦੇ ਬੱਦਲ ਮੰਡਰਾ ਰਹੇ ਹਨ। ਤੁਮ ਬਿਨ ਕੋ ਦੀਵਾਨ ਅਬਲਾ ਵਹਿ। ਪਾਤਸ਼ਾਹ ਜੀ ਤੁਹਾਡੇ ਬਿਨਾਂ ਕੌਣ ਇੱਥੇ ਹੁਣ ਮੰਦਰ ਸਾਹਿਬ ਸੋਹਣੇ ਦੀਵਾਨ ਸਜਾਵੇਗਾ। ਕਿਸ ਤੇ ਸਿੱਖ ਮਨ ਬਾਂਛਤ ਪਾਵਹਿ। ਸਿੱਖ ਸੰਗਤਾਂ ਕਿੰਦੇ ਤੋਂ ਮਨ ਪਾਉਂਦੇ ਫਲ ਪਾਉਣਗੀਆਂ। ਕਿਹੜਾ ਹੁਣ ਸਿੱਖਾਂ ਦੀ ਕਲਿਆਣ ਕਰੇਗਾ ਤੁਹਾਡੇ ਵਾਂਗਰਾਂ। ਕਰਹਿ ਕੌਣ ਦਾਸਨ ਕਲਿਆਣ। ਸਿੱਖਾਂ ਦਾਸਾਂ ਦਾ, ਪਾਪੀਆਂ ਦਾ, ਦੁਖੀਆਂ ਦਾ, ਦੀਨਾਂ ਦਾ ਕੌਣ ਕਲਿਆਣ ਕਰੇਗਾ। ਚਾਹੁੰ ਦਿਸ ਕੇ ਪਗ ਪੂਜਤ ਆਨ। ਚਾਰ ਚਫੇਰੇ ਦੀ ਸੰਗਤ ਪਾਤਸ਼ਾਹ ਜੀ, ਹੇ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਚਰਨ ਪੂਜਦੀ ਰਹੀ ਹੈ। ਉਹਨਾਂ ਸਿੱਖਾਂ ਨੂੰ ਨਿਰ ਆਸਰੇ ਛੱਡ ਗਏ ਹੋ। ਕੋ ਸੁਧ ਲੈ ਹੈ ਪਹੁੰਚ ਹਮਾਰੀ। ਕੌਣ ਹੁਣ ਪਹੁੰਚ ਕੇ ਸਾਡੀਆਂ ਖਬਰਾਂ ਲਵੇਗਾ। ਕਿੰਨੇ ਮਹਾਰਾਜ ਸਾਡੀ ਕਲਯੁਗ ਵਿੱਚ ਬਾਂਹ ਫੜਨੀ ਹੈ। ਕਿੰਨੇ ਮਹਾਰਾਜ ਸਾਨੂੰ ਸਦੀਵ ਸੁੱਖ ਬਖਸ਼ਣੇ ਹੈ, ਬ੍ਰਹਮ ਗਿਆਨ ਦੀਆਂ ਦਾਤਾਂ। ਕਿੰਨੇ ਸਾਨੂੰ ਸਤ ਬਖਸ਼ਣਾ, ਕਿੰਨੇ ਸੰਤੋਖ, ਕਿੰਨੇ ਵਿਚਾਰ, ਕਿੰਨੇ ਧੀਰਜ ਬਖਸ਼ਣਾ ਹੈ। ਰਾਜ ਤੁਰਕ ਕੋ ਬਹੁ ਬੁਰਿਆਰੀ। ਕਿਉਂਕਿ ਤੁਰਕਾਂ ਦਾ ਰਾਜ ਹੈ ਤੇ ਬੁਰੀ ਕਰਦੇ ਆ, ਜਿਹਦੇ ਵੈਰ ਪੈ ਜਾਂਦੇ ਹਨ। ਜਿਨ੍ਹਾਂ ਚਾਹਿਓ ਕਰੇ ਬੇ ਅਨਿਆਏ। ਜਿਨ੍ਹਾਂ ਦਾ ਕੰਮ ਹੀ ਅਨਿਆ ਕਰਨਾ ਹੈ। ਜਦੋਂ ਜਿਹਨੂੰ ਚਾਹੁੰਦੇ ਆ ਫਾਹੀ ਲਾ ਦਿੰਦੇ, ਜਿਹਨੂੰ ਚਾਹੁੰਦੇ ਜਗੀਰ ਬਖਸ਼ ਦਿੰਦੇ ਆ। ਤੋ ਸਾਧ ਸੰਗਤ ਜੀ ਇਹੋ ਜਿਹਾ ਸਮਾਂ ਰਿਹਾ ਹੈ ਤੋ ਜਿਹੜਾ ਕਿ ਹਕੂਮਤ ਜਦੋਂ, ਤੇ ਇਹ ਪਿਛਲੇ ਸਮੇਂ ਤੋਂ ਕੋਈ ਤਕਰੀਬਨ 1280-1300 ਈਸਵੀ ਤੱਕ ਵੀ ਆਹ ਹਾਲ ਰਹੇ। ਪਿੱਛੋਂ ਤੋਂ ਲੈ ਕੇ ਜਦੋਂ ਦਾ ਤੁਰਕਾਂ ਦਾ ਰਾਜ ਆਇਆ ਹੈ, ਉਹਦੇ ਵਿੱਚ ਇੱਕ ਪ੍ਰਸੰਗ ਆਉਂਦਾ ਹੈ। ਉਹ ਕਹਿੰਦੇ ਆ ਮਹਿਮੂਦ ਜਿਹੜਾ ਹੋਇਆ ਸੁਲਤਾਨ ਅਲਾਉਦੀਨ ਖਿਲਜੀ ਹੋਇਆ, ਜਿਹੜਾ ਇਹ 1300 ਕੁਝ ਇੱਥੇ ਈਸਵੀ ਵਿੱਚ ਇਹਦਾ ਰਾਜ ਸੀਗਾ ਸੁਲਤਾਨ ਅਲਾਉਦੀਨ ਖਿਲਜੀ ਦਾ। ਤੇ ਭਾਰਤ ਦੇ ਸਾਧ ਸੰਗਤ ਜੀ, ਹਿੰਦੁਸਤਾਨ ਦੇ ਹਾਲਾਤ ਉਦੋਂ ਕਿਹੜੇ ਸਨ। ਕਹਿੰਦੇ ਸੁਲਤਾਨ ਅਲਾਉਦੀਨ ਖਿਲਜੀ ਆਪਦੇ ਸ਼ਾਹੀ ਕਾਜੀ ਨੂੰ ਇੱਕ ਦਿਨ ਪੁੱਛਦਾ ਹੈ ਵੀ ਸ਼ਰ੍ਹਾ ਦਾ ਕੀ ਹੁਕਮ ਹੈ। ਉਹ ਕਹਿੰਦਾ ਜਾਣ ਬਖਸ਼ ਦਿਆ ਜੇ ਸ਼ਰ੍ਹਾ ਦਾ ਹੁਕਮ ਜੇ ਮੈਂ ਤੁਹਾਨੂੰ ਦੱਸਿਆ ਤੇ ਸੱਚ ਜਾਣੋ ਤੁਸੀਂ ਸ਼ਰ੍ਹਾ ਵਿੱਚ ਨਹੀਂ ਹੋ। ਜੇ ਸ਼ਰ੍ਹਾ ਪੁੱਛੋ ਸ਼ਰ੍ਹਾ ਕੀ ਕਹਿੰਦੀ ਹੈ, ਤੇ ਜੇ ਮੈਂ ਸੱਚ ਦੱਸ ਦਿੱਤਾ ਤੇ ਮਤਾ ਮੈਨੂੰ ਮਾਰ ਦਿਓ। ਕਹਿੰਦੇ ਨਹੀਂ, ਸੱਚ ਜ਼ਰੂਰ ਸੁਣਾਂਗੇ, ਸੱਚ ਦੀ ਰਾਖੀ ਹੋਵੇਗੀ, ਤੂੰ ਦੱਸ। ਉਹ ਸਾਧ ਸੰਗਤ ਜੀ ਸਾਰਾ ਕੁਝ ਦੱਸਦੇ ਹੈ। ਕਹਿੰਦੇ ਵੀ ਸ਼ਰ੍ਹਾ ਦਾ ਹੁਕਮ ਇਹ ਹੈ ਵੀ ਜਿਹੜਾ ਕਾਫਰ ਹੈ ਹਿੰਦੂ, ਉਹਦੇ ਵਾਸਤੇ ਸ਼ਰ੍ਹਾ ਦਾ ਹੁਕਮ ਇਹ ਹੈ ਕਿ ਅਮਾ ਅਲ ਕਤਲ ਵਾ ਅਮਾ ਅਲ ਇਸਲਾਮ, ਵੀ ਜਾਂ ਉਹ ਕਤਲ ਕਰ ਦਿੱਤਾ ਜਾਵੇ ਜਾਂ ਉਹ ਇਸਲਾਮ ਵਿੱਚ ਆ ਜਾਵੇ। ਹਿੰਦੂ ਨੂੰ ਕੋਈ ਹੱਕ ਨਹੀਂ ਵੀ 1 ਰੁਪਈਆ ਵੀ ਆਪਦੇ ਘਰ ਵਿੱਚ ਜੋੜ ਕੇ ਰੱਖੇ। ਕਹਿੰਦੇ ਫਿਰ ਚੰਗਾ ਕਾਫਰ, ਚੰਗਾ ਹਿੰਦੂ ਕੌਣ ਹੈ? ਇਹ ਅਲਾਉਦੀਨ ਖਿਲਜੀ ਨੇ ਪੁੱਛਿਆ ਸ਼ਾਹੀ ਕਾਜੀ ਤੋਂ, ਬਹੁਤ ਵਿਦਵਾਨ ਸੀ ਉਹ। ਉਹ ਕਹਿੰਦਾ ਚੰਗਾ ਹਿੰਦੂ ਉਹ ਹੈ ਜਦੋਂ ਮੁਸਲਮਾਨ ਜਿਹੜੇ ਆ ਸ਼ਾਹੀ ਫੌਜ ਦੇ ਘਰੋਂ ਮਾਮਲਾ ਲੈਣ ਜਾਵੇ ਤੇ 1 ਰੁਪਈਆ ਜੇ ਮਾਮਲਾ ਬਣਦਾ ਤੇ 1.25 ਰੁਪਈਆ ਦੇਵੇ। ਤੇ ਜਿਹੜਾ ਸੈਨਿਕਾਂ ਨੇ, ਕੋਈ ਸਿਪਾਹੀ ਨੇ, ਜਰਨੈਲ ਨੇ ਪਾਨ ਖਾਧਾ ਹੋਵੇ, ਉਹ ਥੁੱਕਣ ਵਾਸਤੇ ਹਿੰਦੂ ਆਪਦਾ ਮੂੰਹ ਅੱਡ ਲਵੇ, ਉਹ ਹਿੰਦੂ ਚੰਗਾ। ਸ਼ਰ੍ਹਾ ਇਉਂ ਕਹਿੰਦੀ ਹੈ। ਇਹ ਬਕਾਇਦਾ ਸਾਧ ਸੰਗਤ ਦੀ ਲਿਖਤਾਂ ਹਨ ਉਸ ਸਮੇਂ ਦੀਆਂ। ਤੋ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਜਿਹੜੀ ਹੈ ਸਾਧ ਸੰਗਤ ਜੀ, ਸ਼ਹੀਦੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦਾ ਟਕਰਾ ਨਹੀਂ। ਜਦੋਂ ਵੀ ਕੋਈ ਸ਼ਹਾਦਤ ਹੁੰਦੀ ਹੈ, ਕੋਈ ਜੰਗ ਲੱਗਦੇ ਆ ਖਾਲਸਾ ਜੀ, ਉਹ ਜੰਗ ਸਾਡੇ ਵਾਸਤੇ ਇੱਕ ਆਮ ਕਹਿ ਦਿੰਦੇ ਆ ਭਾਈ 2 ਫੌਜਾਂ ਭਿੜ ਪਈਆਂ, 2 ਤਾਕਤਾਂ ਨਹੀਂ ਸਾਧ ਸੰਗਤ ਜੀ। ਜਦੋਂ ਜੰਗ ਹੁੰਦਾ ਜਾਂ ਕੋਈ ਵਿਦਰੋਹ ਉੱਠਦਾ ਜਾਂ ਕੋਈ ਇਨਕਲਾਬ ਆਉਂਦਾ, ਉਹ 2 ਕੋਈ ਸਾਹਮਣੇ ਕੋਈ ਮਨੁੱਖ ਨਹੀਂ ਭਿੜ ਰਹੇ ਹੁੰਦੇ, 2 ਵਿਚਾਰਧਾਰਾ ਦਾ ਭੇੜ ਹੁੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਉਹ
ਵੀ ਉਸ ਸਾਰੀ ਧਰਤੀ ਪਰਮੇਸ਼ਰ ਦੀ ਬਣਾਈ ਹੈ। ਮਨੁੱਖ ਅਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕੌਣ ਚੰਗਾ ਹੈ, ਕੌਣ ਮੰਦਾ ਹੈ? ਜੇ ਕੋਈ ਮੰਦਾ ਹੈ, ਪਰਮੇਸ਼ਰ ਨੇ ਬਣਾਇਆ ਹੈ, ਚੰਗੇ ਵੀ ਉਹਦੇ ਬਣਾਏ ਹੋਏ ਆ, ਸਭ ਨੂੰ ਬਰਾਬਰ ਦਾ ਹੱਕ ਹੋਵੇ। ਇਹ ਮਹਾਰਾਜ ਦੀ ਵਿਚਾਰਧਾਰਾ ਹੈ। ਉਧਰ ਸਾਧ ਸੰਗਤ ਜੀ ਜਹਾਂਗੀਰ ਦੀ ਜਿਹੜਾ ਬਹੁਤ ਤਸਬੀ ਹੈ, ਇਹਦੀ ਵਿਚਾਰਧਾਰਾ ਇਹ ਹੈ ਕਿ ਸਭ ਪਾਸੇ ਇਸਲਾਮ ਦਾ ਰਾਜ ਹੋਵੇ, ਕਾਫਰਾਂ ਨੂੰ ਕੋਈ ਹੱਕ ਨਾ ਹੋਵੇ, ਜਾਂ ਇਸਲਾਮ ਕਬੂਲ ਕਰ ਲੈਣ ਜਾਂ ਕਤਲ ਕਰ ਦਿੱਤੇ ਜਾਣ, ਤੇ ਜਾਂ ਮੂੰਹ ਨੂੰ ਕੁੱਜਾ ਬਣਾ ਲੈਣ ਜਿਹਦੇ ਵਿੱਚ ਅਸੀਂ ਥੁੱਕਦੇ ਫਿਰੀਏ, ਭਾਵ ਸਿੱਧਾ ਤੌਰ ਤੇ ਗੁਲਾਮੀ। ਤੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਸਾਧ ਸੰਗਤ ਜੀ ਦੋ ਵਿਚਾਰਧਾਰਾ ਦਾ ਟਕਰਾਅ ਹੈ, ਜਿਹੜਾ ਟਕਰਾਅ ਹੁਣ ਤੀਕਰ ਚੱਲਦਾ ਆਇਆ ਹੈ। ਇਹ ਉਹੀ ਟਕਰਾਅ ਹੈ ਸਾਧ ਸੰਗਤ ਜੀ, ਜਿਹੜਾ ਟਕਰਾਅ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਬਾਬਰ ਨੂੰ ਜਾਬਰ ਕਿਹਾ ਸੀ ਯਮਨਾਬਾਦ ਦੀ ਧਰਤੀ ਤੇ, ਪਾਪ ਕੀ ਜੰਜ ਲਹਿ ਕਾਬਲੋਂ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਡੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜ੍ਹੈ ਸੈਤਾਨ ਵੇ ਲਾਲੋ। ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਏਮਨਾਬਾਦ ਦੀ ਧਰਤੀ ਤੇ ਬਾਬਰ ਨੂੰ ਕਹੇ ਹੋਏ। ਤੇ ਉਹੀ ਸਾਧ ਸੰਗਤ ਜੀ ਤਾਕਤ ਕਦੇ ਬਰਾਬਰ ਆ ਜਾਂਦੀ ਹੈ, ਕਦੇ ਪਿੱਛੇ ਹਟ ਜਾਂਦੀ ਹੈ, ਕਦੇ ਫਿਰ ਉਹਨਾਂ ਤਾਕਤਾਂ ਦਾ ਕਹੋ ਜਾਂ ਉਹਨਾਂ ਵਿਚਾਰਧਾਰਾਂ ਦਾ ਮੁੜ ਫਿਰ ਟਕਰਾਅ ਹੁੰਦਾ ਹੈ। ਤੋ ਇਹ ਦੋ ਵਿਚਾਰਧਾਰਾਵਾਂ ਦਾ ਟਕਰਾਅ ਹੋਇਆ, ਜਿਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਜ਼ੁਲਮ ਨੂੰ ਬੰਨ੍ਹ ਪਾਉਣ ਵਾਸਤੇ ਪਹਿਲਾਂ ਸ਼ਹਾਦਤ ਦਿੱਤੀ ਹੈ, ਫਿਰ ਛੇਵੇਂ ਜਾਮੇ ਵਿੱਚ ਸ਼ਾਸਤਰ ਚੁੱਕ ਕੇ ਦੱਸਣਾ ਕੀਤਾ ਕਿ ਜੇ ਜਿਹੜਾ ਹੈ ਜ਼ੁਲਮ ਸ਼ਾਂਤੀ ਚਿੱਤ ਸ਼ਹੀਦੀ ਦੇਣ ਦੇ ਨਾਲ ਫਿਰ ਵੀ ਜ਼ੁਲਮੀ ਨੂੰ ਸਬਰ ਨਹੀਂ ਪੈਂਦਾ, ਖੂਨ ਪੀ ਕੇ ਪਿਆਸ ਨਹੀਂ ਬੁਝਦੀ, ਫਿਰ ਜ਼ੁਲਮ ਕਰਨ ਵਾਲਿਆਂ ਨੂੰ ਇਸ ਸੰਸਾਰ ਤੇ ਜਿਉਣ ਦਾ ਕੋਈ ਹੱਕ ਨਹੀਂ। ਤੋ ਇਸੇ ਤਰ੍ਹਾਂ ਵੇਖੋ ਨਵੇਂ ਪਾਤਸ਼ਾਹ ਮਹਾਰਾਜ ਨੇ ਸ਼ਾਂਤੀ ਸਹਿਤ ਸ਼ਹਾਦਤ ਦਿੱਤੀ ਆ ਵੀ ਰੰਗੇ ਦੀਆਂ ਅੱਖਾਂ ਖੁੱਲ੍ਹ ਜਾਣ। ਪਰ ਜਦੋਂ ਸਾਧ ਸੰਗਤ ਜੀ ਇੱਕ ਸ਼ਾਂਤੀ ਦੇ ਪੁੰਜ ਦੀ ਸ਼ਹਾਦਤ ਤੋਂ ਬਾਅਦ ਵੀ ਜ਼ਾਲਮ ਹਕੂਮਤ ਦੇ ਸਿਰ ਤੇ ਜੂ ਨਹੀਂ ਸਰਕਦੀ, ਫਿਰ ਕਿਉਂਕਿ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਜਿਹਨੂੰ ਮਾਰਿਆ ਝੂਠੇ ਕਰਕੇ ਮਾਰਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ, ਕਿਸੇ ਨੂੰ ਝੂਠਾ ਕਰਕੇ ਮਾਰਨ ਦਾ ਕੋਈ ਪਾਪ ਨਹੀਂ। ਜਦੋਂ ਖਾਲਸੇ ਨੇ ਜਦੋਂ ਕਿਸੇ ਨੂੰ ਮਾਰਿਆ ਝੂਠੇ ਕਰਕੇ ਮਾਰਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਨਹੀਂ ਸੀ ਸੱਚੇ ਪਾਤਸ਼ਾਹ ਜੀ ਨੂੰ ਵੀ ਇਹ ਧੋਖਾ ਕਰਨਗੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਪਰ ਮਹਾਰਾਜ ਨੇ ਫੇਰ ਵੀ ਕੁਰਾਨ ਸ਼ਰੀਫ ਦੀ ਕਸਮ ਉਹ ਕਬੂਲ ਕਰ ਲਈ। ਠੀਕ ਹੈ, ਅਸੀਂ ਛੱਡ ਦਿੰਨੇ ਕਿਲ੍ਹਾ, ਗਊ ਦੀ ਕਸਮ। ਮਹਾਰਾਜ ਤਾਂ ਜਾਣਦੇ ਸੀ ਸਾਰਾ ਕੁਝ, ਪਰ ਪਾਤਸ਼ਾਹ ਨੇ ਵੇਖੋ ਸਾਰਾ ਕੁਝ ਉੱਥੇ ਦਰਿਆ ਵਿੱਚ ਸੁਟਵਾ ਦਿੱਤਾ। ਕੁਰਾਨ ਸ਼ਰੀਫ ਔਰੰਗੇਵਾਲ ਜਿਹਦੇ ਤੇ ਕਸਮ ਲਿਖੀ ਸੀ ਔਰੰਗੇ ਨੇ, ਮਹਾਰਾਜ ਨੇ ਆਪਦੀ ਕਮਰ ਕਸੇ ਰੱਖੀ, ਖਜ਼ਾਨੇ ਵਿੱਚ ਰੱਖੀ। ਤੇ ਫਿਰ ਮਹਾਰਾਜ ਨੇ ਜ਼ਫਰਨਾਮੇ 'ਚ ਲਿਖਿਆ ਵੀ ਔਰੰਗਜ਼ੇਬ ਆ, ਤੈਨੂੰ ਮੈਂ ਤੇਰੀ ਕੁਰਾਨ ਸ਼ਰੀਫ ਵਿਖਾਈਏ, ਆ ਇੱਥੇ ਤੈਨੂੰ ਤੇਰੀ ਕੁਰਾਨ ਸ਼ਰੀਫ ਵਿਖਾਵਾਂ। ਤੂੰ ਕਹਿੰਦਾ ਮੈਂ ਸ਼ਰ੍ਹਾ ਤੇ ਚੱਲਦਾ, ਮੈਂ ਸੱਚਾ ਮੁਸਲਮਾਨ, ਤੂੰ ਸੱਚਾ ਮੁਸਲਮਾਨ ਵੀ ਨਹੀਂ, ਤੂੰ ਸੱਚਾ ਮੁਸਲਮਾਨ, ਤੂੰ ਤਾਂ ਸੱਚਾ ਦੁਸ਼ਮਣ ਵੀ ਨਹੀਂ ਹੈ। ਦੁਸ਼ਮਣ ਵੀ ਸ਼ੀਰ ਖੁਰ ਬੱਚਿਆਂ ਤੋਂ ਆਪਦੇ ਬਦਲੇ ਨਹੀਂ ਲੈਂਦਾ। ਤੂੰ ਦੁੱਧ ਪੀਂਦੇ ਸਾਡੇ ਸਾਹਿਬਜ਼ਾਦੇ ਸ਼ਹੀਦ ਕੀਤੇ, ਜੇ ਮਰਦ ਦਾ ਪੁੱਤ ਸਾਨੂੰ ਜੰਗ ਦੇ ਮੈਦਾਨ 'ਚ ਟੱਕਰਦਾ। ਇਹ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਔਰੰਗੇ ਨੂੰ ਝੂਠਾ ਕਰਕੇ ਮਾਰਿਆ। ਖਾਲਸੇ ਨੇ ਜਦੋਂ ਕਿਸੇ ਨੂੰ ਮਾਰਿਆ ਹੈ ਝੂਠਾ ਕਰਕੇ ਮਾਰਿਆ, ਚਾਹੇ ਘੱਲੂਘਾਰਾ 1984 ਦਾ ਹੋਵੇ, ਉਦੋਂ ਵੀ ਜਦੋਂ ਵੀ ਖਾਲਸੇ ਨੇ ਮਾਰਿਆ, ਪਹਿਲਾਂ ਇਹਨਾਂ ਨੇ ਜੋ ਕਰਨਾ ਕੀਤਾ, ਅਟੈਕ ਕੀਤੇ, ਕੀ ਕੁਛ ਹੋਇਆ, ਬਾਅਦ ਵਿੱਚ ਜੋ ਕੁਝ ਹੋਇਆ ਖਾਲਸੇ ਨੇ ਝੂਠਾ ਕਰਕੇ ਸਾਧ ਸੰਗੀ ਪਾਪੀਆਂ ਦਾ ਨਾਸ਼ ਕੀਤਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸ਼ਹਾਦਤ ਦਿੱਤੀ ਵੀ ਕੱਲ੍ਹ ਨੂੰ ਕੋਈ ਇਹ ਨਾ ਆਖੇ ਵੀ ਨਹੀਂ ਇਹਦਾ ਹੱਲ ਬਹਿ ਕੇ ਵੀ ਨਿਕਲ ਸਕਦਾ ਸੀ। ਮਹਾਰਾਜ ਕਚਹਿਰੀ ਵਿੱਚ ਕਿਉਂ ਗਏ ਹੈ? ਸਿਰਫ ਇਸ ਕਰਕੇ ਗਏ ਸੀ ਵੀ ਕਿਸੇ ਦੇ ਮਨ 'ਚ ਸ਼ੰਕਾ ਨਾ ਰਵੇ ਵੀ ਜਿਹੜੇ ਜ਼ਾਲਮ ਲੋਕ ਹੈ ਇਹਨਾਂ ਦੇ ਨਾਲ ਬਹਿ ਕੇ ਗੱਲ ਨਹੀਂ ਕੀਤੀ ਜਾਂਦੀ। ਪਾਤਸ਼ਾਹ ਜੀ ਆਪ ਲਾਹੌਰੋਂ ਇੱਥੋਂ ਅੰਮ੍ਰਿਤਸਰੋਂ ਦਿੱਲੀ ਗਏ ਹੈ। ਫਿਰ 9ਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਜੀ ਆਪ ਪਹਿਲਾਂ ਗ੍ਰਿਫਤਾਰ ਕਰਨ ਆਏ। ਮਹਾਰਾਜ ਕਹਿੰਦੇ ਅਸੀਂ ਆਪ ਆਵਾਂਗੇ। ਪਾਤਸ਼ਾਹ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਤੋਂ ਆਗਰੇ ਹੁੰਦੇ ਹੋਏ ਆਪ ਦਿੱਲੀ ਪਹੁੰਚੇ ਆ। 9ਵੇਂ ਪਾਤਸ਼ਾਹ ਵੀ, ਸੱਚੇ ਪਾਤਸ਼ਾਹ ਜੀ ਵੀ ਗੱਲਬਾਤ ਕਰਨ ਗਏ ਸੀ 9ਵੇਂ ਪਾਤਸ਼ਾਹ। ਇੱਧਰ ਸਾਧ ਸੰਗਤ ਜੀ 5ਵੇਂ ਪਾਤਸ਼ਾਹ ਵੀ ਗੱਲਬਾਤ ਕਰਨ ਗਏ, ਪਰ ਜਿਹੜਾ ਜ਼ੁਲਮੀ ਹੁੰਦਾ, ਪਾਪੀ ਹੁੰਦਾ, ਗੱਲਾਂ ਬਾਤਾਂ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਜਿਨ੍ਹਾਂ ਦਾ ਰਾਜ ਹੈ ਉਹ ਜੇ ਜ਼ੁਲਮ ਦਾ ਰਾਜ ਹੈ, ਕੋਈ ਜ਼ੁਲਮੀ ਬਾਦਸ਼ਾਹ ਪਾਤਸ਼ਾਹ ਤਖਤ 'ਤੇ ਬੈਠਾ ਹੈ, ਉਹ ਸਾਧ ਸੰਗਤ ਜੀ ਸੱਚ ਕੀ ਹੁੰਦਾ, ਨਿਆਂ ਕੀ ਹੁੰਦਾ, ਉਹਨਾਂ ਵਾਸਤੇ ਕੁਝ ਨਹੀਂ। ਹੰਕਾਰ ਪ੍ਰਬਲ ਹੈ, ਆਪਣੀ ਗੱਲ ਮੁੱਖ ਰੱਖੀ ਜਾਂਦੀ ਹੈ।
ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਝੂਠੇ ਕੀਤਾ ਜਿਹੜੇ ਅੱਜ ਕਹਿੰਦੇ ਆ ਜੀ ਹਰੇਕ ਮਸਲੇ ਦਾ ਹੱਲ ਗੱਲਬਾਤ ਹੈ। ਗੱਲਬਾਤ ਸਾਧ ਸੰਗਤ ਜੀ ਕਿਸੇ ਹੱਦ ਤੱਕ ਮਸਲੇ ਦਾ ਹੱਲ ਹੈ, ਪਰ ਜਦੋਂ ਉਹ ਹੱਦ ਤੋਂ ਕੋਈ ਕਾਰਨ ਕਾਰਜ ਕੋਈ ਗੱਲਬਾਤ ਕੋਈ ਪ੍ਰਸੰਗ ਲੰਘ ਜਾਂਦਾ ਹੈ, ਉਸ ਤੋਂ ਬਾਅਦ ਉਹਦਾ ਗੱਲਬਾਤ ਨਾਲ ਕੋਈ ਹੱਲ ਨਹੀਂ। ਤੋ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹਾਦਤ ਦਿੱਤੀ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਸੀਂ ਕੁਝ ਕਿਸੇ ਦੇ ਖਿਲਾਫ ਜਾਂ ਹੱਕ ਵਿੱਚ ਨਹੀਂ ਲਿਖਿਆ। ਤੇ ਇਹ ਜਹਾਂਗੀਰ ਕਹਿੰਦਾ ਸੀ ਵੀ ਤੁਸੀਂ ਤਰੀਕ ਲਿਖ ਦਿਓ ਵੀ ਇਹ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਿਆ ਹੈ ਲਿਖਿਆ ਹੈ, ਉਸ ਸਮੇਂ ਬਾਦਸ਼ਾਹ ਜਹਾਂਗੀਰ ਦੀ ਹਕੂਮਤ ਸੀ। ਮਹਾਰਾਜ ਕਹਿੰਦੇ ਭਾਈ ਸਾਡੇ ਵੱਸ ਕੁਝ ਨਹੀਂ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹਉ ਆਪਾ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਬਾਦਸ਼ਾਹ ਅਸੀਂ ਆਪ ਕੁਝ ਨਹੀਂ ਕਰਨ ਜੋਗੇ, ਇਹ ਤਾਂ ਧੁਰ ਕੀ ਬਾਣੀ ਆਈ, ਇਹ ਤਾਂ ਧੁਰੋਂ ਆਈ ਹੋਈ ਹੈ, ਜੋ ਆਉਂਦਾ ਅਸੀਂ ਲਿਖ ਦਿੰਦੇ ਹਾਂ, ਸਾਡੇ ਹੱਥ ਵੱਸ ਕੁਝ ਨਹੀਂ ਹੈ। ਨਾ ਅਸੀਂ ਮਰਜ਼ੀ ਨਾਲ ਕਿਸੇ ਦੀ ਸ਼ੋਭਾ ਲਿਖ ਸਕਦੇ ਹਾਂ, ਨਾ ਅਸੀਂ ਕਿਸੇ ਦੀ ਨਿੰਦਾ ਲਿਖ ਸਕਦੇ ਹਾਂ, ਨਿੰਦਾ ਇਹਦੇ ਵਿੱਚ ਹੈ ਹੀ ਨਹੀਂ। ਤੋ ਝੂਠੀ ਖੁਸ਼ਾਮਦੀ ਨਹੀਂ ਲਿਖ ਸਕਦੇ ਕਿਸੇ ਦੇ ਥਾਪੜਾ ਲੈਣ ਵਾਸਤੇ। ਕਹਿੰਦੇ ਸੀ ਮੁਹੰਮਦ ਸਾਹਿਬ ਦੀ ਸਿਫਤ ਲਿਖੋ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀਆਂ ਜੀਵਾਂ ਦੀ ਕਲਿਆਣ ਵਾਸਤੇ ਸ਼ਹਾਦਤ ਦਿੱਤੀ ਹੈ ਤਾਂ ਕਿ ਜ਼ੁਲਮ ਨੂੰ ਬੰਨ੍ਹ ਮਾਰਿਆ ਜਾਵੇ। ਤੋ ਸੰਗਤ ਕਹਿੰਦੀ ਹੈ ਵੀ ਹੇ ਗੁਰੂ ਅਰਜਨ ਦੇਵ ਪਾਤਸ਼ਾਹ ਤੁਸੀਂ 12-13 ਵਰ੍ਹਿਆਂ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਸੀਸ ਤੇ ਬੇਅੰਤ ਪਾਪੀਆਂ ਰੂਪ ਜ਼ੁਲਮੀ ਰਾਜਿਆਂ ਚੰਦੂ ਵਰਗਿਆਂ ਦੁਸ਼ਟਾਂ ਰੂਪੀ ਬੱਦਲ ਮੰਡਰਾ ਰਹੇ ਉਹਨਾਂ ਨੂੰ ਇਕੱਲੇ ਛੱਡ ਗਏ ਹੋ। ਹੇ ਗਰੀਬ ਨਵਾਜ ਕੌਣ ਕਲਿਆਣ ਕਰੇਗਾ ਸਿੱਖਾਂ ਦੀ। ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਬਿਨਾਂ ਕੌਣ ਹੈ ਸਿੱਖਾਂ ਦਾ। ਗਰੀਬ ਨਵਾਜ ਸਮੇਂ ਦੀ ਹਕੂਮਤ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਵੈਰੀ ਬਣ ਚੁੱਕੀ ਹੈ। ਜਿਵੇਂ ਚਾਹੁੰਦੇ ਕਿਸੇ ਨੂੰ ਤਖਤ ਤੇ ਬਿਠਾ ਦਿੰਦੇ, ਜਿਵੇਂ ਚਾਹੁੰਦੇ ਜਦੋਂ ਮਰਜ਼ੀ ਕਿਸੇ ਨੂੰ ਫਾਹੀ ਲਾ ਦਿੰਦੇ ਹੈ। ਪਰਿਓ ਅੰਧੇਰ ਨ ਸੂਝੈ ਕਾਇ, ਸਭ ਪਾਸੇ ਪਾਪ ਦੀ ਰਾਤ ਪੈ ਚੁੱਕੀ ਹੈ, ਕਿਸੇ ਪਾਸੇ ਵੀ ਕੋਈ ਸੱਚ ਦੀ ਸੁੱਝ ਨਹੀਂ ਪੈਂਦੀ ਹੈ। ਉਚਿਤਾ ਅਨੁਚਿਤ ਵਿਚਾਰ ਨ ਕਾਈ, ਇਹ ਪਾਪੀਆਂ ਦੇ ਹੱਥ ਵਿੱਚ ਰਾਜ ਹੈ, ਹੰਕਾਰੀਆਂ ਦੇ ਹੱਥ ਵਿੱਚ ਚੰਗਾ ਕੀ ਹੈ ਮਾੜਾ ਕੀ ਹੈ ਇਹ ਕੁਝ ਸੋਚਦੇ ਨਹੀਂ, ਜਿਵੇਂ ਜੀ ਕਰਦਾ ਕਰਦੇ ਹਨ। ਗਹੇ ਬਲੀ ਨਿਬਲਨ ਕੋ ਖਾਈ, ਇਹ ਬਲੀ ਹੈ ਫੜ ਲੈਂਦੇ ਹੈ ਮਾੜੇ ਬਲ ਵਾਲਿਆਂ ਨੂੰ ਤੇ ਖਾਈ ਜਾ ਰਹੇ ਹਨ, ਮਾਰੀ ਜਾ ਰਹੇ ਹਨ। ਕਿਤ ਗਮਨੇ ਹਮਰੇ ਰਖਵਾਰੇ, ਤੁਸੀਂ ਸਾਡੇ ਰਖਵਾਲੇ ਸੋ ਪਾਤਸ਼ਾਹ ਮਹਾਰਾਜ ਤੁਸੀਂ ਕਿੱਧਰ ਚਲੇ ਗਏ ਹੋ। ਉੱਚੀ ਬਾਹੋ ਉਸਾਰ ਪੁਕਾਰੇ, ਉਹ ਇਸ ਤਰ੍ਹਾਂ ਸੰਗਤਾਂ ਸਾਧ ਸੰਗਤ ਜੀ ਮਹਾਰਾਜ ਨੂੰ ਪੁਕਾਰਾਂ ਲਾਉਂਦੀਆਂ ਹਨ, ਬੜਾ ਵਿਰਾਗ ਕਰਦੀਆਂ ਹਨ। ਨਗਰ ਨਾਰ ਹੋਈ ਸਮੁਦਾਈ, ਸਾਰੇ ਅੰਮ੍ਰਿਤਸਰ ਸਾਹਿਬ ਦੀਆਂ ਮਾਈਆਂ ਇਕੱਤਰ ਹੋ ਕਰਕੇ ਉਰਦਤ ਸ਼ਬਦ ਕੋ ਵਿਦਤ ਉਠਾਏ, ਮਾਤਾ ਗੰਗਾ ਜੀ ਦੇ ਪਾਸ ਪਹੁੰਚ ਰਹੀਆਂ, ਨੇਤਰਾਂ ਵਿੱਚੋਂ ਜਲ ਕੇਰ ਰਹੀਆਂ ਹਨ। ਮਹਾ ਸਖਤ ਜੋ ਤੋ ਚਾਹਤ ਜੇਤੀ, ਇਸੇ ਤਰ੍ਹਾਂ ਸਾਧ ਸੰਗਤ ਨਾਲੇ ਕਹਿ ਰਹੇ ਆ ਵੀ ਮਹਾਨ ਸ਼ਕਤੀ ਸਹਿਤ ਜਿੰਨੀ ਵੀ ਚਾਹੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਤੁਸਾਂ ਸ਼ਹੀਦੀ ਇੰਨੀ ਸ਼ਾਂਤੀ ਨਾਲ ਦੇ ਦਿੱਤੀ, ਤੁਹਾਡੇ ਕੋਲ ਕੀ ਨਹੀਂ ਸੀ ਪਾਤਸ਼ਾਹ, ਤੁਸੀਂ ਧੰਨ ਹੋ। ਸਾਰੇ ਸਿੱਖ ਕਹਿੰਦੇ ਆ ਕਿੰਨੀ ਸ਼ਕਤੀ ਤੁਹਾਡੇ ਕੋਲ, ਜੋ ਚਾਹੋ ਤੁਸੀਂ ਕਰ ਸਕਦੇ ਸੀ। ਅਛਤ ਸਹੀ ਵਿਪਦ ਕਿਮ ਏਤੀ, ਮਹਾਰਾਜ ਇੰਨੀ ਵਿਪਦਾ ਸਹਿ ਲਈ, ਸਾਰਾ ਕੁਝ ਤੁਹਾਡੇ ਕੋਲ ਸੀ, ਚਾਹੁੰਦੇ ਤੇ ਚੰਦੂ ਵਰਗੇ ਖੜੇ ਖੜੋਤੇ ਸਵਾਹ ਹੋ ਜਾਂਦੇ ਸੁਲਹੀ ਸੁਲੱਭੀ ਵਾਂਗੂ, ਪਰ ਮਹਾਰਾਜ ਤੁਸੀਂ ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ ਐਨ ਆਨੰਦ ਸ਼ਾਂਤੀ ਸਹਿਤ ਸ਼ਹੀਦੀ ਦੇ ਦਿੱਤੀ ਹੈ। ਜਰੀ ਅਜਰ ਔਰ ਧੀਰਜ ਤਾਰੀ, ਆਪ ਮਹਾਨ ਧੀਰਜ ਤਾਰੀ ਹੋ, ਅਜਰ ਸ਼ਕਤੀ ਨੂੰ ਹਿਰਦੇ ਵਿੱਚ ਜਰ ਕੇ ਰੱਖਣ ਵਾਲੇ ਹੋ। ਹੋਏ ਅਸ ਛਿਮਾ ਨ ਆਣ ਮੁਝਾਰੀ, ਤੁਹਾਡੇ ਵਰਗੀ ਨਿਮਰਤਾ ਛਿਮਾ ਦਾ ਗੁਣ ਹੋਰ ਕਿਸੇ ਵਿੱਚ ਨਹੀਂ ਹੋ ਸਕਦਾ ਹੈ। ਇਤਿਆਦਿਕ ਗੁਣ ਰੁਦਤ ਪਨੰਤੀ, ਤੋ ਸੰਗਤਾਂ ਜਿੰਨੀਆਂ ਸਾਧ ਸੰਗਤ ਜੀ ਰੋਂਦੀਆਂ ਹੋਈਆਂ ਨੇਤਰਾਂ ਚੋਂ ਜਲ ਕੀਰਦੀਆਂ ਇਹੋ ਮਹਾਰਾਜ ਦੇ ਗੁਣ ਗਾ ਰਹੀਆਂ ਹਨ ਵੀ ਆਪ ਵਰਗਾ ਸੰਸਾਰ ਤੇ ਹੋਰ ਕੋਈ ਨਹੀਂ ਹੈ। ਪੀਟਤ ਹਾਥਣ ਸੀਸ ਹਨੰਤੀ, ਤੋ ਇਸ ਤਰ੍ਹਾਂ ਸਾਧ ਸੰਗਤ ਜੀ ਸਾਰੇ ਉੱਚੀ ਉੱਚੀ ਜਿਹੜੇ ਕੋਈ ਰੋ ਰਿਹਾ, ਕੋਈ ਮਹਾਰਾਜ ਦੇ ਗੁਣ ਗਾ ਰਿਹਾ, ਇਹ ਸਾਧ ਸੰਗਤ ਜੀ ਇੱਕ ਮੋਹ ਦਾ ਰੋਣ ਹੁੰਦਾ। ਤੋ ਇੱਕ ਸਾਧ ਸੰਗਤ ਜੀ ਪ੍ਰੇਮ ਦਾ ਵਿਰਾਗ ਦੇ ਹੰਝੂ ਹੁੰਦੇ ਆ, ਇਹਨਾਂ ਵਿੱਚ ਬੇਅੰਤ ਫਰਕ ਹੈ। ਜਿਹੜੇ ਮੋਹ ਦੇ ਹੰਝੂ ਹੁੰਦੇ ਸਾਧ ਜੋ ਸਵਾਰਥੀ ਹੁੰਦੇ ਜੀ, ਕੋਈ ਚੜ੍ਹਾਈ ਕਰ ਗਿਆ ਮੇਰਾ ਕੰਮ ਕੌਣ ਕਰੇਗਾ। ਤੋ ਇਸ ਤਰ੍ਹਾਂ ਸੰਸਾਰ ਦੇ ਲੋਕ ਝੂਠਾ ਰੁਦਨ ਹੋਆ ਦੋ ਵਾਲਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ। ਤੋ ਉਹ ਆਪਦੇ ਧੰਦਿਆਂ ਨੂੰ ਰੋਂਦੇ ਆ ਲੋਕ,
ਪਰ ਸਿੱਖ ਸੰਗਤਾਂ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨ ਕਦੋਂ ਹੋਣਗੇ? ਸੱਚੇ ਪਾਤਸ਼ਾਹ ਤੁਹਾਡੇ ਬਿਨਾਂ ਸਾਡੀ ਕਲਿਆਣ ਕਿੰਨੇ ਕਰਨੀ ਹੈ? ਕੌਣ ਸਾਨੂੰ ਮਹਾਰਾਜ ਪਾਪੀਆਂ ਨੂੰ ਕਾਢੀ ਨਰਕ ਤੇ ਧੂ ਖਿੱਚ ਕੇ ਨਰਕਾਂ ਚੋਂ ਕੱਢੇਗਾ? ਮਹਾਰਾਜ ਕੌਣ ਸਾਨੂੰ ਪ੍ਰੇਮਾ ਭਗਤੀ ਨਾਮ ਸਿਮਰਨ ਵਾਲੇ ਪਾਸੇ ਲਾਏਗਾ? ਇਹ ਪ੍ਰੇਮ ਦੇ ਨੇਤਰਾਂ ਦੇ ਵਿੱਚੋਂ ਜਲ ਸਾਰੀ ਸੰਗਤ ਦੇ ਨਿਕਲ ਰਹੇ ਹੈ। ਇਮ ਅੰਤਰ ਵੱਡ ਮਾਚੋ ਰੌਰਾ। ਉਹ ਇਸ ਤਰ੍ਹਾਂ ਗੁਰੂ ਕੇ ਸਾਧ ਸੰਗਤ ਜੀ ਮਹਿਲ ਦੇ ਵਿੱਚ ਬੜਾ ਰੌਲਾ ਪੈ ਰਿਹਾ ਹੈ। ਸੁਣਤ ਦੂਰ ਤੇ ਆਏ ਸੁਦੌਰਾ। ਨੇੜੇ ਦੂਰੋਂ ਜਿੱਥੋਂ ਜਿੱਥੋਂ ਕਿਸੇ ਨੂੰ ਪਤਾ ਲੱਗੀ ਜਾਂਦਾ ਮਹਾਰਾਜ ਦੀ ਸ਼ਹਾਦਤਾਂ ਸੰਗਤਾਂ ਪਹੁੰਚ ਰਹੀਆਂ ਹਨ। ਰੁਦਤ ਅਧਿਕ ਸ੍ਰੀ ਹਰਗੋਬਿੰਦ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਨ ਵਿੱਚ ਬਹੁਤ ਸਾਧ ਸੰਗਤ ਜੀ ਦੁੱਖ ਹੈ, ਨੇਤਰਾਂ ਚੋਂ ਜਲ ਵਹਿੰਦਾ ਵੀ ਸ਼ਾਂਤੀ ਦੇ ਪੁੰਜ ਸਤਿਗੁਰਾਂ ਦੇ ਨਾਲ ਇਹਨਾਂ ਪਾਪੀਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਮਹਾਰਾਜ ਕੇਵਲ ਗੱਲਬਾਤ ਵਾਸਤੇ ਗਏ ਸਨ। ਸਿੱਖ ਸੰਗਤ ਚਾਹੁੰਦੀ ਸਮਹਿ ਬ੍ਰਿੰਦ। ਚਾਰ ਚਫੇਰੇ ਜਿੰਨੀਆਂ ਸੰਗਤਾਂ ਤਿਨਾਂ ਦੇ ਮਨ ਵਿੱਚ ਗੁੱਸਾ ਵੀ ਬਹੁਤ ਹੈ ਤੇ ਨੇਤਰਾਂ ਚੋਂ ਜਲ ਵੀ ਕਿਰਦਾ ਹੈ। ਸਕਲ ਰੋਏ ਕਰ ਗੁਰ ਸਿਮਰਨ ਤੇ। ਸਭ ਸੰਗਤਾਂ ਸਤਿਗੁਰਾਂ ਨੂੰ ਯਾਦ ਕਰ ਕਰਕੇ ਪਰਉਪਕਾਰ ਚਿਤਵਦੀਆਂ ਹੋਈਆਂ। ਅੱਖਾਂ ਉਹਨਾਂ ਦੀਆਂ ਨਮ ਹਨ, ਵਰਾਗ ਸਹਿਤ ਹਨ। ਆਪ ਵਿਮੋਚਤ ਲੋਚਨ ਅਤੇ। ਤੋ ਨੇਤਰਾਂ ਦੇ ਵਿੱਚੋਂ ਜਲ ਕਿਰ ਰਿਹਾ ਹੈ। ਵਧਿਓ ਸ਼ੋਕ ਸਭ ਮਹਿ ਤਬ ਐਸੇ। ਕਵੀ ਜੀ ਕਹਿੰਦੇ ਸਾਰੇ ਪਾਸੇ ਅੰਮ੍ਰਿਤਸਰ ਸਾਹਿਬ ਵਿੱਚ ਇੰਨਾ ਸ਼ੋਕ ਸੋਗ ਵੱਧ ਰਿਹਾ ਹੈ। ਬਾਸ ਇਹਾਂ ਕਰੁਣਾ ਰਸ ਜੈਸੇ। ਕਹਿੰਦੇ ਜਿਵੇਂ ਵਰਾਗ ਨੇ ਅੰਮ੍ਰਿਤਸਰ ਸਾਹਿਬ ਵਿੱਚ ਹੀ ਡੇਰਾ ਲਾ ਲਿਆ ਹੋਵੇ। ਹਾਏ ਪਿਤਾ ਗੁਣ ਨਿਦ ਸੁਖਦਾਨੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਯਾਦ ਕਰਦੇ, ਹੇ ਮੇਰੇ ਪਿਤਾ ਗੁਰੂ ਅਰਜਨ ਦੇਵ ਪਾਤਸ਼ਾਹ, ਹੇ ਗੁਣਾਂ ਦੇ ਖਜ਼ਾਨੇ, ਹੇ ਮਹਾਰਾਜ ਆਪ ਸੁਖਾਂ ਦੇ ਦਾਤੇ ਸੋ। ਕੌਣ ਦੁਲਾਰ ਕਰਹਿ ਬਹੁ ਆਨੀ। ਸਾਨੂੰ ਮਹਾਰਾਜ ਕੌਣ ਸਮੱਤਾਂ ਦੇ ਦੇ ਸਮਝਾਵੇਗਾ ਪਾਤਸ਼ਾਹ? ਕੌਣ ਸਾਨੂੰ ਪ੍ਰੇਮ ਦੇ ਨਾਲ ਲਾਡ ਲਡਾਵੇਗਾ? ਸੁਖ ਬੈਠਣ ਪਿਤ ਅੰਕ ਵਡੇਰੇ। ਮਹਾਰਾਜ ਤੁਹਾਡੀ ਝੋਲੀ ਵਿੱਚ ਬੈ ਕੇ ਸਾਨੂੰ ਬੜੇ ਸੁਖ ਪ੍ਰਾਪਤ ਹੁੰਦੇ ਸੀ। ਤੁਹਾਡੀ ਝੋਲੀ ਵਿੱਚ ਬੈਠ ਕੇ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਰਾਜ ਤੋਂ ਵੀ ਵਧੇਕ ਸੁਖ ਪ੍ਰਾਪਤ ਹੁੰਦਾ। ਤੁਹਾਡੀ ਝੋਲੀ ਮਹਾਰਾਜ ਸਾਡੇ ਵਾਸਤੇ ਸੱਚਖੰਡ ਹੈ ਸੀ। ਕਰ ਸੁਨੇਹ ਸਿਰ ਹੱਥ ਸੁਫੇਰੇ। ਮਹਾਰਾਜ ਤੁਸੀਂ ਸਾਡੇ ਸੀਸ ਤੇ ਸਦਾ ਹੱਥ ਫੇਰਦੇ ਰਹੇ ਪ੍ਰੇਮ ਦੇ ਨਾਲ। ਸੋ ਅਬ ਕਹਾਂ ਪ੍ਰਾਪਤ ਨ ਮੋਹੀ। ਤੁਹਾਡੇ ਵਰਗਾ ਮਹਾਰਾਜ ਪਿਤਾ, ਤੁਹਾਡੇ ਵਰਗੇ ਪਿਤਾ ਦਾ ਹੱਥ ਸੀਸ ਮੇਰੇ ਨੂੰ ਕਿੱਥੇ ਹੁਣ ਪ੍ਰਾਪਤ ਹੋਣਾ ਹੈ। ਅੰਤ ਸਮੇਂ ਨਹਿ ਦਰਸ਼ਨ ਹੋਹੀ। ਮਹਾਰਾਜ ਤੁਹਾਨੂੰ ਸ਼ਹੀਦ ਹੁੰਦਿਆਂ ਹੀ ਮੈਂ ਵੇਖ ਲੈਂਦੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪਾਤਸ਼ਾਹ ਕਿਤੇ ਤੁਹਾਡੇ ਸ਼ਹੀਦ ਹੁੰਦਿਆਂ ਦੇ ਅੰਤਲੇ ਦਰਸ਼ਨ ਕਰ ਲੈਂਦੇ। ਭੂਤ ਭਵਿੱਖਤ ਵਿਦਤ ਬ੍ਰਿਤੰਤਾ। ਭੂਤ ਪਹਿਲਾਂ ਕੀ ਹੋਇਆ ਜਾਂ ਹੁਣ ਤੇ ਤਿੰਨ ਸਮੇਂ ਗਾਂ ਇਹ ਕੀ ਹੋਣ ਵਾਲਾ ਹੈ। ਇਮ ਕਿਸ ਰੀਤ ਪ੍ਰਾਣ ਕਰ ਅੰਤਾ। ਵੀ ਤੁਸੀਂ ਤਾਂ ਸਭ ਕੁਝ ਜਾਣਨ ਵਾਲੇ ਸੀ, ਹੁਣ ਕੀ ਅੱਗੇ ਤੇ ਅੱਗੇ ਇਸ ਤੋਂ ਅੱਗੇ ਕੀ ਹੋਣਾ, ਪਿੱਛੇ ਕੀ ਹੋ ਗਿਆ, ਤਿੰਨੇ ਕਾਲ ਤੁਸੀਂ ਮਹਾਰਾਜ ਜਾਣਦੇ ਸੀ। ਫਿਰ ਵੀ ਮਹਾਰਾਜ ਕਿੱਡੀ ਸ਼ਾਂਤੀ ਦੇ ਨਾਲ, ਕਿਹੜੀ ਰੀਤ ਨਾਲ ਤੁਸਾਂ ਆਨੰਦ ਸਹਿਤ ਸ਼ਹੀਦੀ ਦੇ ਦਿੱਤੀ ਹੈ। ਅਲਖ ਗਤੀ ਗੁਰ ਕੀ ਬਿਸਮਾਵਤ। ਮਹਾਰਾਜ ਤੁਹਾਡੀ ਗਤੀ, ਤੁਹਾਡੀ ਚਾਲ, ਤੁਹਾਡੀ ਵਡਿਆਈ ਬੇਅੰਤ ਹੈ, ਲਖੀ ਨਹੀਂ ਜਾਂਦੀ। ਸਭ ਵੇਖ ਵੇਖ ਹੈਰਾਨ ਹੋ ਰਹੇ ਹੈ। ਨਹੀਂ ਅਪਰ ਤੇ ਜਾਨੀ ਜਾਵਤ। ਹੋਰ ਕਿਸੇ ਤੋਂ ਕਵੀ ਜੀ ਕਹਿੰਦੇ ਜਾਣੀ ਨਹੀਂ ਜਾਂਦੀ ਪਾਤਸ਼ਾਹ ਦੀ ਵਡਿਆਈ ਬੇਅੰਤ ਹੈ। ਵੀ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਫਿਰ ਵੀ ਸੱਚੇ ਪਾਤਸ਼ਾਹ ਆਨੰਦ ਸਹਿਤ ਰਹੇ ਹਨ। ਪੁਨ ਸ਼੍ਰੀ ਹਰਗੋਬਿੰਦ ਉਚਾਰੇ। ਫਿਰ ਸਾਧ ਸਿੰਘ ਜਿਹੜੇ 5 ਸਿੱਖ ਆਏ ਹੋਏ ਸਨ ਨਾ ਬਾਬਾ ਵਿਧੀ ਚੰਦ ਸਾਹਿਬ ਵਰਗੇ, ਉਹਨਾਂ ਦੇ ਤਾਂ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਐ। ਨਿਕਟ ਪੰਚ ਜਬ ਗੁਰੂ ਪਧਾਰੇ। ਜਦੋਂ ਸਾਡੇ ਪਿਤਾ ਜੀ ਸੱਚਖੰਡ ਗਏ, ਹੇ ਬਾਬਾ ਵਿਧੀ ਚੰਦ ਭਾਈ ਪੈੜਾ ਪੰਜੇ ਗੁਰਮੁਖੋ ਗੁਰਸਿੱਖੋ, ਤੁਸੀਂ ਉਦੋਂ ਕੋਲ ਸੀ ਨਾ ਜਦੋਂ ਸਾਡੇ ਗੁਰੂ ਪਿਤਾ ਜੀ ਸੱਚਖੰਡ ਗਏ ਹਨ। ਅੰਤ ਸਮੇਂ ਕਿਮ ਕੀ ਫਰਮਾਵਨ। ਦੱਸੋ ਸਾਡੇ ਪਿਤਾ ਜੀ ਅੰਤਲੇ ਸਮੇਂ ਕਿਹੜੇ ਬਚਨ ਕਹੇ ਸੀ, ਸਾਡੇ ਵਾਸਤੇ ਮਹਾਰਾਜ ਨੇ ਕੀ ਹੁਕਮ ਕੀਤਾ ਹੈ। ਤੁਮ ਕੋ ਕੀਨਸ ਕਹਾਂ ਜਨਾਵਨ। ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਕੀ ਕੀ ਜਨਾਉਣਾ ਕੀਤਾ ਹੈ, ਕੀ ਕੀ ਸਮਝਾਇਆ, ਤੇ ਸਾਡੇ ਵਾਸਤੇ ਜ਼ਰੂਰ ਉਹਨਾਂ ਕੋਈ ਸੁਨੇਹਾ ਭੇਜਿਆ। ਸਾਨੂੰ ਕੀ ਹੁਕਮ ਪਿਤਾ ਜੀ ਦਾ। ਸੋ ਅਬ ਬਾਕਣ ਕਰਹ ਬਤਾਵਨ। ਉਹ ਸਾਰਾ ਬਚਨ ਸਾਨੂੰ ਤੁਸੀਂ ਦੱਸਣਾ ਕਰੋ। ਸੁਣ ਹਮ ਤਰਹਿ ਮਹਿਦ ਸੁਖ ਪਾਵਨ। ਪਿਤਾ ਜੀ ਦੇ ਆਖਰੀ ਬਚਨਾਂ ਨੂੰ ਸੁਣ ਕੇ ਤੁਹਾਡੇ ਮੂੰਹੋਂ
ਅਸੀਂ ਡਾਢਾ ਸੁਖ ਪ੍ਰਾਪਤ ਕਰ ਲਈਏ। ਇਮ ਪ੍ਰਸੰਗ ਬੂਝਤ ਬਹਰੋਏ। ਇਸ ਤਰ੍ਹਾਂ ਪ੍ਰਸੰਗ ਪੁੱਛਦੇ ਹੋਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਫੇਰ ਨੇਤਰਾਂ ਚੋਂ ਜਲ ਕੇਰ ਰਹੇ ਹਨ। ਨਹੀਂ ਧੀਰ ਮਨ ਸ਼ੋਕ ਪਰੋਏ। ਮਨ ਸੋਗ ਵਿੱਚ ਪਰੋਤਾ ਗਿਆ ਹੈ, ਧੀਰਜ ਨਹੀਂ ਆ ਰਿਹਾ। ਅਸਰ ਵਿਮੋਚਤ ਗਰ ਲੱਗ ਜਾਈ। ਤੋ ਜਦੋਂ ਨੇਤਰਾਂ ਚੋਂ ਜਲ ਡੁੱਲਦਾ ਹੈ ਤੇ ਗਲ ਤੀਕਰ ਹੰਝੂ ਜਾ ਰਹੇ ਹਨ। ਗਦ ਗਦ ਗਿਰਾ ਮਹਾ ਕੁਲਾਈ। ਬਹੁਤ ਦੁੱਖ ਹੋ ਰਿਹਾ, ਪਾਤਸ਼ਾਹ ਦੀ ਸ਼ਹਾਦਤ ਹੋਣ ਤੇ ਗਲ ਭਰ ਆਉਂਦਾ ਹੈ। ਤਿਉ ਅਵਲੋਕਤ ਸੇਵਕ ਸਾਰੇ। ਤੇ ਮਹਾਰਾਜ ਹਰਗੋਬਿੰਦ ਸਾਹਿਬ ਨੂੰ ਵੇਖ ਵੇਖ ਸਾਰੀਆਂ ਸੰਗਤਾਂ ਵੀ ਇਸੇ ਤਰ੍ਹਾਂ ਬਹੁਤ ਬਿਸੂਰਤ ਅਸਰੂ ਡਾਰੇ। ਵੀ ਪਾਪੀਆਂ ਨੇ ਚੰਗਾ ਨਹੀਂ ਕੀਤਾ, ਤੁਸੀਂ ਇਹ ਦੇ ਦੇ ਕੇ ਸਾਡੇ ਪਿਆਰੇ ਪਰਮ ਪ੍ਰੀਤਮ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਹੈ। ਸੰਗਤਾਂ ਰੋ ਮਨ ਵਿੱਚ ਕਰ ਰਹੀਆਂ, ਵਿਰਾਗ ਕਰ ਰਹੀਆਂ ਹਨ। ਦੀਨ ਮਨੇ ਦੁਖ ਲਹਤ ਕਨੇਰੇ। ਜਿਵੇਂ ਬੇਅੰਤ ਦੁੱਖ ਪ੍ਰਾਪਤ ਹੋ ਰਿਹਾ ਹੋਵੇ। ਗਿਆਨੀ ਤਉ ਪ੍ਰੇਮ ਗੁਰ ਕੇਰੇ। ਤੋ ਕਵੀ ਜੀ ਕਹਿੰਦੇ ਹੁਣ ਇਹਦਾ ਅਰਥ ਇਹ ਨਹੀਂ ਹੈ ਵੀ ਸਿੱਖ ਅਗਿਆਨੀ ਹੈ, ਵੀ ਅਗਿਆਨੀਆਂ ਵਾਂਗੂ ਰੋ ਰਹੇ ਹੈ। ਗਿਆਨਵਾਨ ਹੈ ਸਿੱਖ, ਪਰ ਪ੍ਰੇਮ ਗਿਆਨ ਤੋਂ ਵੀ ਵੱਡਾ ਹੁੰਦਾ ਹੈ। ਪ੍ਰੇਮ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖਾਂ ਦੇ ਹਿਰਦੇ ਵਿੱਚ ਇੰਨਾ ਹੈ। ਗੁਰ ਸਨੇਹ ਕੀ ਮਹਿਮਾ ਮਹਾ। ਵੀ ਸੱਚੇ ਪਾਤਸ਼ਾਹ ਦੇ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰੇਮ ਸਿੱਖਾਂ ਦੇ ਮਨ ਵਿੱਚ ਇੰਨਾ, ਭਾਵੇਂ ਸਿੱਖ ਬੜੇ ਗਿਆਨਵਾਨ ਹੈ ਵੀ ਵਿਰਾਗ ਨਹੀਂ ਕਰਨਾ ਚਾਹੀਦਾ, ਪਰ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਪਰਉਪਕਾਰਾਂ ਨੂੰ ਯਾਦ ਕਰ ਕਰਕੇ ਇੰਨਾ ਪ੍ਰੇਮ ਤੇ ਸਤਿਗੁਰਾਂ ਦੀ ਮਹਿਮਾ ਨੂੰ ਜਾਣ ਕੇ ਤਜਹਿ ਗਿਆਨ ਮਿਲ ਰੂਦਤ ਤਹਾਂ। ਸੰਗਤ ਸਿੱਖਾਂ ਨੇ ਗਿਆਨ ਛੱਡ ਦਿੱਤਾ, ਗਿਆਨ ਪਿੱਛੇ ਰਹਿ ਗਿਆ, ਕਿਉਂਕਿ ਪ੍ਰੇਮ ਸਾਧ ਸੰਗਤ ਜੀ ਗਿਆਨ ਤੋਂ ਵੀ ਉੱਪਰ ਹੈ ਤੇ ਗਿਆਨ ਪਿੱਛੇ ਰਹਿ ਗਿਆ ਹੈ। ਪ੍ਰੇਮ ਦੇ ਸਹਿਤ ਸੰਗਤਾਂ ਦੇ ਨੇਤਰਾਂ ਚੋਂ ਜਲ ਨਿਕਲਦਾ ਹੈ। ਕਵੀ ਜੀ ਕਹਿੰਦੇ ਨਹੀਂ ਅਰਥ ਵੀ ਸੰਗਤ ਸਿੱਖ ਜਿਹੜੇ ਉਹ ਗਿਆਨਵਾਨ ਨਹੀਂ, ਵੀ ਆਮ ਸੰਸਾਰੀ ਲੋਕਾਂ ਵਾਂਗੂ ਨੇਤਰਾਂ ਚੋਂ ਜਲ ਕੇਰ ਰਹੇ ਹੈ। ਪ੍ਰੇਮ ਗੁਰੂ ਅਰਜਨ ਦੇਵ ਪਾਤਸ਼ਾਹ, ਕਿਉਂਕਿ ਪਰਮੇਸ਼ਰ ਦੇ ਵਿਛੜਨ ਦਾ ਦੁੱਖ ਤਾਂ ਹੋਣਾ ਚਾਹੀਦਾ ਸਭ ਨੂੰ, ਤੋ ਪਰਮੇਸ਼ਰ ਵਿਛੜੇ ਹੈ। ਸੰਗਤਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਅਲੋਪ ਹੋਏ ਹੈ, ਇਸ ਕਰਕੇ ਪ੍ਰੇਮ ਤੇ ਵਿਛੋੜੇ ਦੇ ਨਾਲ ਸੰਗਤਾਂ ਵਿਆਕੁਲ ਹੋ ਰਹੀਆਂ। ਗਿਆਨਵਾਨ ਹਨ ਪਰ ਗਿਆਨ ਸਭ ਪਿੱਛੇ ਰਹਿ ਗਿਆ, ਪ੍ਰੇਮ ਪ੍ਰਬਲ ਹੋ ਰਿਹਾ ਹੈ। ਪ੍ਰੇਮ ਦੇ ਵਿੱਚੋਂ ਵਿਰਾਗ ਉੱਭਰ ਰਿਹਾ ਹੈ। ਕੀਤਿਕ ਧਿਆਨ ਠਾਨ ਪੇਮਾਨ। ਤੇ ਕਈ ਤਾਂ ਨੇਤਰਾਂ ਚੋਂ ਜਲ ਵਹਾ ਰਹੇ ਹੈ, ਪਰ ਕਈ ਬ੍ਰਹਮ ਗਿਆਨੀ ਸਿੱਖ ਜਿਹੜੇ ਆ ਉਹਨਾਂ ਨੇਤਰ ਬੰਦ ਕਰ ਲਏ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਧਾਰ ਲਿਆ ਹੈ। ਗੁਣ ਸਿਮਰਤ ਉਚਰਤ ਸੁਖ ਪਾਨ। ਉਹ ਨਹੀਂ ਰੋਂਦੇ, ਮਨ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗੁਣਾਂ ਨੂੰ ਚਿਤਵਦੇ ਆ। ਗੁਣਾਂ ਨੂੰ ਚਿਤਵਦੇ ਸੁੱਖਾਂ ਦੇ ਘਰ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਸੁਰਤੀ ਟਿਕਾ ਲਈ ਹੈ। ਸਭ ਕੀ ਦਸ਼ਾ ਦੇਖ ਬ੍ਰਿਧ ਪਾਈ। ਇਹ ਦਰਸਾਦ ਸਿੰਘ ਜਦੋਂ ਸਾਰੀ ਸੰਗਤ ਵਿਰਾਗ ਕਰ ਰਹੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਵੀ ਵਿਰਾਗ ਕਰ ਰਹੇ ਹੈ। ਸਾਰੀ ਸੰਗਤ ਦੀ ਹਾਲਤ ਜਦੋਂ ਬ੍ਰਹਮ ਗਿਆਨੀ ਮਹਾਂਪੁਰਖ ਸ਼੍ਰੀਮਾਨ ਭਾਈ ਸਾਹਿਬ ਭਾਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਸੰਗਤ ਦੀ ਹਾਲਤ ਵੇਖੀ ਹੈ। ਬ੍ਰਹਮ ਗਿਆਨ ਕੀ ਜਿਸ ਦ੍ਰਿੜਤਾਈ। ਜਿਸ ਬਾਬਾ ਬੁੱਢਾ ਸਾਹਿਬ ਜੀ ਵਰਗਾ ਬ੍ਰਹਮ ਗਿਆਨੀ ਸਾਰੇ ਸੰਸਾਰ ਵਿੱਚ ਕੋਈ ਹੋਰ ਨਹੀਂ। ਬ੍ਰਹਮ ਗਿਆਨੀ ਪੱਕੇ ਦ੍ਰਿੜ, ਜਿਨ੍ਹਾਂ ਨੇ ਬ੍ਰਹਮ ਗਿਆਨ ਨੂੰ ਦ੍ਰਿੜ ਕੀਤਾ ਹੋਇਆ ਹੈ। ਦੈ ਬੇਹੇਤ ਸਕਲ ਕੋ ਧੀਰਜ। ਇਹਨਾਂ ਸਾਰੀ ਸੰਗਤ ਨੂੰ ਧੀਰਜ ਦੇਣ ਵਾਸਤੇ ਗੁਰ ਕੋ ਜਸ ਕਹਿਬੇ ਅਰ ਬੀਰਜ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਬਲ ਕਿੰਨਾ ਹੈ ਤੇ ਸੰਗਤ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਵਡਿਆਈ ਕਹਿਣ ਲੱਗ ਪਏ ਹਨ। ਦੋਹਰਾ ਬੋਲਿਓ ਚਹਤ ਪ੍ਰਬੋਧ ਬੇ। ਤੋ ਧੰਨ ਬਾਬਾ ਬੁੱਢਾ ਸਾਹਿਬ ਜੀ ਨਾਲ ਸਾਰਿਆਂ ਨੂੰ ਸਮਝਾਉਣ ਵਾਸਤੇ ਬੋਲਣ ਲੱਗੇ ਆ। ਸ਼੍ਰੀ ਗੁਰੂ ਹਰਗੋਬਿੰਦ ਕਹਿੰਦੇ ਹੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਾਹਿਬਜ਼ਾਦਾ ਜਰਾ ਬਚਨ ਸੁਣੋ ਆਪ ਜੀ। ਸ਼ੋਕ ਨਿਵਾਰਣ ਸਕਲ ਕੋ। ਤੇ ਸਾਰਿਆਂ ਨੂੰ ਸਮਝਾਉਣ ਲੱਗੇ ਹਰਗੋਬਿੰਦ ਸਾਹਿਬ ਸਮੇਤ ਜਿੰਨੀ ਸਿੱਖ ਸੰਗਤ ਹੈ। ਬੈਠੇ ਦਾਸ ਜੇ ਬ੍ਰਿੰਦ। ਹੋਰ ਵੀ ਜਿੰਨੇ ਕੋ ਦਾਸ ਬੈਠੇ, ਕੋ ਸਿੱਖ ਮਾਈ ਭਾਈ, ਸਾਰਿਆਂ ਨੂੰ ਸਮਝਾਉਣ ਵਾਸਤੇ ਧੰਨ ਧੰਨ ਬ੍ਰਹਮ ਗਿਆਨੀ ਫਿਰ ਬਾਬਾ ਬੁੱਢਾ ਸਾਹਿਬ ਜੀ ਬੋਲੇ ਵਿਰਾਗ ਕਰਦਿਆਂ ਨੂੰ। ਉਹ ਸਾਧ ਸੰਗਤ ਜੀ ਜਿਵੇਂ ਬਾਬਾ ਬੁੱਢਾ ਸਾਹਿਬ ਜੀਆਂ ਫਿਰ ਸਮਝਾਇਆ ਵੀ ਸੰਤ ਮੁਏ ਕਿਆ ਰੋਈਆ ਜੋ ਆਪਣੇ ਗ੍ਰਹਿ ਜਾਏ। ਸੋ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮਹਿ ਰਹਾ ਸਮਾਏ। ਸਤਿਗੁਰੂ ਕਿੱਥੇ ਗਏ ਆ? ਸਿੱਖਾਂ ਦੇ ਹਿਰਦੇ ਵਿੱਚ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਤਾਂ ਆਪਣੇ ਸਵੈ ਸਰੂਪ ਘਰ ਵਿੱਚ ਗਏ, ਸੱਚਖੰਡ ਵਸੈ ਨਿਰੰਕਾਰ।
ਤੋ ਸੱਚੇ ਪਾਤਸ਼ਾਹ ਮਹਾਰਾਜ ਨੇ ਮਹਾਨ ਸ਼ਹਾਦਤ ਦਿੱਤੀ ਹੈ। ਸ਼ਹਾਦਤ ਦਾ, ਸ਼ਹੀਦਾਂ ਦਾ ਨਰਾਦਰ ਨਹੀਂ ਕਰਨਾ ਕਦੇ ਨੇਤਰਾਂ 'ਚੋਂ ਜਲ ਕੀਰ ਕੇ। ਇਸ ਤਰ੍ਹਾਂ ਦੇ ਬਚਨ ਬਾਬਾ ਬੁੱਢਾ ਸਾਹਿਬ ਜੀਆਂ ਕਹੇ ਸਾਧ ਸੰਗਤ ਜੀ। ਸਾਰੀ ਸੰਗਤ ਨੂੰ ਫਿਰ ਇਹੋ ਜਿਹਾ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਜੀਵਨ ਅਤੇ ਨਾਲ ਨਾਲ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਗੁਰਬਾਣੀ ਦੇ ਵਿੱਚੋਂ ਜਿਹੜਾ ਤਤ ਪਰਾਗ ਹੈ ਵੀ ਆਤਮਾ ਸਦਾ ਵਿਆਪਕ ਹੁੰਦੀ ਆ, ਸਰੀਰ ਮਰਦੇ ਆ, ਇਹੋ ਜਿਹਾ ਬ੍ਰਹਮ ਗਿਆਨ ਸਾਰੀ ਸੰਗਤ ਨੂੰ ਸੁਣਾ ਕੇ ਫਿਰ ਨਦਰੋ ਨਦਰ ਨਿਹਾਲ ਕਰ ਦਿੱਤਾ। ਫਿਰ ਬਾਬਾ ਬਿਧੀ ਚੰਦ ਜੀਆਂ ਸੁਣਾਈ ਸਾਰੀ ਵਾਰਤਾ ਵੀ ਮਹਾਰਾਜ ਦਾ ਹੁਕਮ ਸੀ ਵੀ ਸਾਡੇ ਪਿੱਛੋਂ ਸਾਡੇ ਸਾਹਿਬਜ਼ਾਦੇ ਨੂੰ ਕਹਿਣਾ ਵੀ ਹੁਣ ਮਾਲਾ ਫੜ ਕੇ ਤਖਤ 'ਤੇ ਨਾ ਬਵੇ, ਸ਼ਮਸ਼ੀਰ ਪਾ ਕੇ ਬਹਿਣ। ਜਦੋਂ ਜਿਵੇਂ ਜਿਵੇਂ ਬਾਬਾ ਬਿਧੀ ਚੰਦ ਜੀ ਸੁਣਾਉਂਦੇ ਜਾਂਦੇ ਆ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਡੌਲੇ ਫਰਕਣੇ ਸ਼ੁਰੂ ਹੋ ਜਾਂਦੇ, ਨੇਤਰਾਂ ਦੇ ਡੋਰੇ ਲਾਲ ਹੋ ਰਹੇ ਆ। ਖੜੇ ਹੋ ਕੇ ਸਾਰੀ ਸਭਾ ਵਿੱਚ ਤਾਂ ਹੱਥ ਕਰਕੇ ਫਿਰ ਕੇਵਲ 12 ਵਰਿਆਂ ਦੇ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਪ੍ਰਣ ਕੀਤਾ ਸੀ ਭਰੀ ਸਭਾ ਵਿੱਚ ਵੀ ਚੰਦੂ ਤੂੰ ਜੋ ਕਰਨਾ ਸੀ ਕਰ ਲਿਆ, ਹੁਣ ਤੇਰੇ ਬੁਰੇ ਦਿਨ ਸ਼ੁਰੂ, ਤੇਰੀ ਨੱਕ 'ਚ ਨਕੇਲ ਪਾ ਕੇ ਧੂ ਕੇ ਲਿਆਵਾਂਗੇ। ਜਿਵੇਂ ਪਾਤਸ਼ਾਹ ਨੇ ਪ੍ਰਣ ਕੀਤਾ ਉਹ ਸਾਰਾ ਪ੍ਰਸੰਗ ਜਿਵੇਂ ਸਤ ਸੰਗਤ ਜੀ ਕੱਲ੍ਹ ਦੇ ਦੀ ਬਾਣ ਵਿੱਚ ਵਿਚਾਰਾਂਗੇ। ਇੱਥੇ ਸਮਾਪਤੀ ਹੋਈਆਂ। ਭੁੱਲਾਂ ਦੀ ਖਿਮਾ। ਗਰੀਬ ਨਵਾਜ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬੋਲਿਓ ਚਹਤ ਪ੍ਰਬੋਧ ਬੇ, ਸ਼੍ਰੀ ਗੁਰੂ ਹਰਗੋਬਿੰਦ। ਸ਼ੋਕ ਨਿਵਾਰਣ ਸਕਲ ਕੋ, ਬੈਠੇ ਦਾਸ ਜੇ ਬ੍ਰਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।